ग्रंथ साहिब उदद बंदो कर अनुराग। श्री गुर शब्द कुमाए जिन जीते पंच विकार। तिन संतन को बंदना सिर चरणन पर तार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा मर्दन मन की मलन को नित दासन अनुकूल। हरना अमंगल सुख करना जय जय मंगल मूल। मर्दन मन की मलन को। वाहिगुरु जी का खालसा वाहिगुरु जी की फतेह। सतगुरु गरीब निवाज धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी दी साजी निवाजी गुरु प्यारे गुरु रूप गुरु सवारी साध संगत जीओ। आप गुरु की संगतां ने धन धन श्री गुरु अर्जन देव महाराज जी के पावन पवित्र स्थान विखे धन धन श्री गुरु ग्रंथ साहिब महाराज जी के महान पावन पवित्र दर्शन करके लाहा प्राप्त किया है। सतगुरु जी के सुंदर दरबार दीवान संध्या के समय तो सज रहे हैं। गुरु जी की धुर की बाणी सोदर रहरास साहब उपरंत अरदास हुई। महाराज जी ने पावन पवित्र हुक्मनामे बख्श के संगतां नूं निहाल के अवतार्थ किया है। आप गुरु की संगतां ने गुरु जी की बाणी का लाहा प्राप्त किया है। हुण जो श्री गुरु नानक देव महाराज जी की महान पावन पवित्र कथा चल रही है, उस कथा का समा होया है। जिवें आप जी ने सरवण किया सी कि भाई भगीरथ जी ते भाई मानसुख शाह गुरु जी के महान पहले प्यारे वड्डे सिख होए, जिन्हां ने आके सिक्खी धारण की महाराज जी की। ते जो भाई भगीरथ सी काली देवी का उपासक मनण वाले काली माता नूं जो तरह तरह के नाम लैके नीति पूजदा सी माता जी नूं। ते उन्होंने गुरु नानक देव महाराज जी की शरण लई। गुरु जी के सिख बने। फिर तो ऐसी कमाई हो गई भाई भगीरथ जी की। तो उन्होंने भाई मानसुख शाह नूं भी अपने वर्गा करके गुरु जी के चरणों नाल जोड़िया। सो साध संगत जी कई कह देंदे हैं कि गुरु नानक देव जी महाराज ये ख्वाजा जड़ा पीर है 999 नदियां का मालक भी वेई विच जाके उन्होंने पूजते मनते सी जिहड़े कोई ख्वाजा नूं मनण वाले हैं। ते कुछ कह देंदे साडे अपने वेखो जी गुरु गोबिंद सिंह जी ने माता नूं थोड़ी पूजन किया है, इस करके कृपा करी हम पर जग माता ये नहीं पढ़ना है।
ਪਰ ਉਹ ਇਹ ਨਹੀਂ ਸਮਝਦੇ ਵੀ ਦਸਵੇਂ ਪਾਤਸ਼ਾਹ ਜੀ ਨੇ ਉੱਥੇ ਚੌਪਈ ਸਾਹਿਬ ਦੇ ਵਿੱਚ ਹੀ ਲਿਖਿਆ ਹੈ ਕਿ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਆਦ ਅੰਤ ਇੱਕ ਹੀ ਪਰਮੇਸ਼ਰ ਅਵਤਾਰ ਹੈ, ਉਹ ਹੀ ਸਾਡਾ ਗੁਰੂ ਸਮਝ ਲਓ। ਸਾਡਾ ਗੁਰੂ ਉਹ ਹੈ, ਹੋਰ ਨਹੀਂ ਕੋਈ। ਤੇ ਉੱਥੇ ਮਾਤਾ ਸ਼ਬਦ ਵੀ ਉਹ ਪਰਮੇਸ਼ਰ ਦੇ ਪ੍ਰਥਾਏ ਉਚਾਰਨ ਕੀਤਾ ਹੈ। ਕਈ ਕਹਿੰਦੇ ਵੀ ਦੇਵੀ ਦੀ ਪੂਜਾ ਕੀਤੀ ਮਹਾਰਾਜ ਜੀ ਨੇ, ਜਿਹੜੇ ਕੋਈ ਦੇਵੀ ਨੂੰ ਮੰਨਣ ਵਾਲੇ ਹੈ। ਪਰ ਇੱਥੇ ਉਹ ਪ੍ਰਸੰਗ ਵਿੱਚ ਸਿੱਧਾ ਹੀ ਆ ਰਿਹਾ ਹੈ ਕਿ ਦੇਵੀ ਜਿਹੜੀ ਚੰਡਕਾ ਹੈ ਕਾਲੀ, ਉਹ ਭਾਈ ਭਗੀਰਥ ਨੂੰ ਆਪ ਪ੍ਰੇਰ ਕੇ ਕਿਹਾ ਵੀ ਜੇ ਤੂੰ ਮੁਕਤੀ ਚਾਹੁੰਦਾ, ਗਿਆਨ ਚਾਹੁੰਦਾ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਣੀ ਚਲਿਆ ਜਾ। ਉੱਥੇ ਹੀ ਮੁਕਤੀ ਹੋਣੀ ਹੈ, ਉੱਥੇ ਹੀ ਸਭ ਕਲਿਆਣ ਹੈ। ਕਿਉਂਕਿ ਇਹ ਜਿਹੜੀ ਕੋਈ ਦੇਵੀ ਹੈ ਜਾਂ ਕੋਈ ਦੇਵਤਾ ਹੈ, ਉਹਦੀ ਪੂਜਾ ਪ੍ਰਤਿਸ਼ਠਾ ਨਾ ਆ ਪਦਾਰਥ ਧਨ ਮਾਇਆ ਆਦਿਕ ਤੇ ਮਿਲ ਜਾਊਗੀ, ਪਰ ਮੁਕਤੀ ਨਹੀਂ ਮਿਲ ਸਕਦੀ। ਜਿਵੇਂ ਗੁਰਬਾਣੀ 'ਚ ਬਚਨ ਆਉਂਦੇ ਹੈ ਭਗਤ ਨਾਮਦੇਵ ਜੀ ਦੇ, ਤੁਮ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਕਿ ਹੇ ਦੇਵੀ, ਤੂੰ ਤੇ ਕਹੀ ਜਾਨੀ ਹੈ ਵੀ ਆਦ ਹੈ ਸੰਸਾਰ ਦੀ, ਸੰਸਾਰ ਨੂੰ ਲੈ ਕੇ ਆਉਣ ਵਾਲੀ ਭਵਾਨੀ ਹੈ, ਸ਼ਕਤੀ ਮਹਾਨ, ਤੇ ਜਦੋਂ ਮੁਕਤੀ ਦੀ ਗੱਲ ਆਉਂਦੀ ਉਦੋਂ ਤੂੰ ਕਿੱਥੇ ਛੁਪ ਜਾਨੀ ਹੈ, ਉਦੋਂ ਕਿਉਂ ਨਹੀਂ ਸਾਹਮਣੇ ਹੁੰਦੀ ਹੈ। ਜਦੋਂ ਇਵੇਂ ਭਗਤ ਜੀ ਨੇ ਕਿਹਾ, ਫਿਰ ਉਹ ਆਕਾਸ਼ਬਾਣੀ ਰਾਹੀਂ ਉਹ ਦੇਵੀ ਬੋਲੀ ਆਦ ਭਵਾਨੀ ਕਿ ਹੇ ਨਾਮਦੇਵ ਭਗਤ ਜੀ, ਗੁਰਮਤਿ ਰਾਮ ਨਾਮ ਗਹੋ ਮੀਤਾ। ਵੀ ਜੇ ਤੁਸੀਂ ਮੁਕਤੀ ਚਾਹੁੰਦੇ ਹੋ, ਗਿਆਨ ਅਵਸਥਾ ਚਾਹੁੰਦੇ ਹੋ, ਤੇ ਫਿਰ ਗੁਰਮਤਿ ਨੂੰ ਧਾਰਨ ਕਰੋ। ਪਹਿਲਾਂ ਗੁਰੂ ਦੀ ਮੱਤ ਨੂੰ ਲੈ ਕੇ ਤੇ ਜਿਹੜਾ ਪਰਮੇਸ਼ਰ ਰਮੇ ਹੋਏ ਪਰਮਾਤਮਾ ਦਾ ਨਾਮ ਹੈ, ਉਸ ਦਾ ਪੱਲਾ ਫੜੋ। ਹੇ ਮਿੱਤਰ, ਉਹਦਾ ਪੱਲਾ ਫੜੋਗੇ ਤੇ ਫਿਰ ਮੁਕਤੀ ਹੋਊਗੀ। ਪਰਣਵੈ ਨਾਮਾ ਇਹੋ ਕਹੈ ਗੀਤਾ। ਭਗਤ ਨਾਮਦੇਵ ਜੀ ਕਹਿੰਦੇ ਵੀ ਐਵੇਂ ਉਹ ਗੀਤਾ ਕਹੀਏ ਬਚਨ ਕਹੇ ਉਹ ਆਕਾਸ਼ਬਾਣੀ ਦੇ ਰਹੀ ਦੇਵੀ ਨੇ, ਭਵਾਨੀ ਨੇ। ਤੇ ਇੱਥੋਂ ਸਿੱਧ ਹੁੰਦਾ ਵੀ ਉਹ ਕੋਈ ਮਾਤਾ ਦੀ ਪੂਜਾ ਆਦਿਕ ਨਾਲ ਕੋਈ ਮੁਕਤੀ ਨਹੀਂ ਹੁੰਦੀ। ਗੁਰਬਾਣੀ 'ਚ ਵੀ ਹੈ, ਇੱਥੇ ਪ੍ਰਸੰਗ ਵਿੱਚ ਵੀ ਆ ਗਿਆ ਹੈ। ਤੇ ਜਿਹੜੇ ਭਗਤ ਪੀਪਾ ਜੀ ਸਨ, ਉਹ ਵੀ ਬੜੇ ਮਾਤਾ ਦੇ ਉਪਾਸਕ ਸੀ। ਪਹਿਲਾਂ ਇੱਕ ਵੇਲੇ ਉਹਨਾਂ ਕੋਲ ਸੰਤ ਆ ਗਏ, ਮਹਾਤਮਾ ਪੂਰਨ। ਉਹਨਾਂ ਸਾਹਮਣੇ ਵੀ ਉਹੀ ਉਹ ਗੁਣ ਗਾਉਣ ਲੱਗੇ ਵੀ ਜਿਹੜੀ ਦੇਵੀ ਹੈ ਭਵਾਨੀ, ਉਹ ਤੇ ਭੋਗ ਮੋਖ ਦੀ ਦਾਤੀ ਹੈ। ਉਹ ਮਹਾਤਮਾ ਜੀ ਕਹਿਣ ਲੱਗੇ ਵੀ ਭੋਗਾਂ ਦੀ ਦਾਤੀ ਤੇ ਹੈ ਦੇਵੀ ਆਪ ਦੀ, ਪਰ ਮੁਕਤੀ ਦੀ ਦਾਤੀ ਨਹੀਂ ਹੈ। ਕਹਿੰਦੇ ਨਹੀਂ ਜੀ, ਐਵੇਂ ਨਹੀਂ ਹੈ, ਉਹ ਤੇ ਮੁਕਤੀ ਦੀ ਦਾਤੀ ਹੈ। ਉਹ ਤੇ ਮੈਨੂੰ ਜਦੋਂ ਮੈਂ ਧਿਆਨ ਕਰਦਾ ਸਵੇਰੇ ਅੰਮ੍ਰਿਤ ਵੇਲੇ, ਕਿਸੇ ਵੇਲੇ ਵੀ ਉਹ ਮੈਨੂੰ ਦਰਸ਼ਨ ਦੇ ਕੇ ਕਹਿੰਦੀ ਹੈ ਵੀ ਮੰਗ ਜੋ ਮੰਗਦਾ ਹੈ। ਇਵੇਂ ਉਹ ਦਾਤੀ ਹੈ ਭੋਗ ਮੋਖ ਦੀ। ਉਹ ਮਹਾਤਮਾ ਕਹਿਣ ਵੀ ਨਹੀਂ ਦਾਤੀ ਹੈ, ਇਹ ਕਹਿਣ ਵੀ ਦਾਤੀ ਹੈ ਮੁਕਤੀ ਦੀ। ਉਹ ਮਹਾਤਮਾ ਜੀ ਕਹਿਣ ਲੱਗੇ ਵੀ ਭਗਤ ਪੀਪਾ ਜੀ, ਫਿਰ ਤੁਸੀਂ ਇੰਝ ਕਰੋ, ਪੁੱਛ ਲਓ ਆਪਣੀ ਦੇਵੀ ਨੂੰ ਕਿ ਉਹ ਬਖਸ਼ ਸਕਦੀ ਕਿ ਨਹੀਂ ਬਖਸ਼ ਸਕਦੀ ਮੁਕਤੀ। ਕਹਿੰਦੇ ਇਹ ਕਿਹੜੀ ਗੱਲ ਹੈ ਜੀ, ਸਵੇਰੇ ਹੀ ਦੇਖ ਲਾਂਗੇ। ਉਹ ਮੰਦਰ ਵਿੱਚ ਜਾ ਕੇ ਅਗਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ, ਸੁਚਤਾਈ ਕਰਕੇ ਤੇ ਧਿਆਨ ਕੀਤਾ ਹੈ। ਤੇ ਧਿਆਨ ਦੇ ਵਿੱਚ ਜਦੋਂ ਉਹ ਦਰਸ਼ਨ ਹੋਇਆ ਤੇ ਉਹ ਆਵਾਜ਼ ਆਈ ਹੈ ਕਿ ਵਰੰ ਗੁਰੂ, ਕਿ ਆਪ ਮੰਗੋ ਵਰ। ਕੀ ਵਰ ਮੰਗਦੇ ਹੋ ਪੀਪਾ ਜੀ? ਤੇ ਭਗਤ ਪੀਪਾ ਜੀ ਕਹਿਣ ਲੱਗੇ ਵੀ ਦੇਵੀ, ਹੋਰ ਤੇ ਆਪ ਦੀ ਕਿਰਪਾ ਨਾਲ ਸਾਰਾ ਕੁਝ ਹੀ ਹੈ ਘਰ ਵਿੱਚ। ਮੇਰੀ ਇਹ ਇੱਛਾ ਵੀ ਜਦੋਂ ਮੈਂ ਅੰਤ ਵੇਲੇ ਸਰੀਰ ਛੱਡ ਕੇ ਜਾਵਾਂ, ਮੇਰੀ ਮੁਕਤੀ ਹੋਵੇ। ਜਦੋਂ ਇੰਨੀ ਗੱਲ ਕਹੀ ਹੈ ਤੇ ਉਸੇ ਵੇਲੇ ਉਹ ਦੇਵੀ ਅਲੋਪ ਗੁਪਤ। ਫਿਰ ਭਗਤ ਪੀਪਾ ਜੀ ਰਾਗ ਵਿੱਚ ਆ ਕੇ ਤੇ ਵਿਰਲਾਪ ਕਰਨ ਲੱਗੇ ਵੀ ਦੇਵੀ ਕਿੱਥੇ ਚਲੀ ਗਈ ਹੈ, ਮੇਰੀ ਬੇਨਤੀ ਸੁਣ। ਫਿਰ ਉਦੋਂ ਆਕਾਸ਼ਬਾਣੀ ਹੋਈ ਅੱਗੋਂ, ਤੇ ਉਦੋਂ ਵੀ
ਇਹੀ ਕਿਹਾ ਉਹ ਦੇਵੀ ਭਵਾਨੀ ਮਾਈ ਨੇ ਕਿ ਹੇ ਭਗਤ ਪੀਪਾ ਜੀ, ਜੇ ਤੂੰ ਮੁਕਤੀ ਚਾਹੁੰਦਾ ਤੇ ਫਿਰ ਗੁਰਮਤਿ ਰਾਮ ਨਾਮ ਗਹੁ ਮੀਤਾ। ਗੁਰੂ ਦੀ ਮੱਤ ਲੈ, ਗੁਰੂ ਧਾਰਨ ਕਰਕੇ, ਗੁਰੂ ਦੇ ਮੱਤ ਲੈ ਕੇ ਤੇ ਪਰਮੇਸ਼ਰ ਦੇ ਨਾਮ ਦਾ ਪੱਲਾ ਫੜ, ਫਿਰ ਤੇਰੀ ਮੁਕਤੀ ਹੋਣੀ। ਤੇ ਉਵੇਂ ਫਿਰ ਭਗਤ ਪੀਪਾ ਜੀ ਨੇ ਭਗਤੀ ਕੀਤੀ ਸੀ। ਇਵੇਂ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਸਮਰੱਥ ਗੁਰੂ ਹੈ। ਭਗਤ ਭਗੀਰਥ ਜੀ ਗੁਰੂ ਜੀ ਦੇ ਬਾਅਦ ਵਿੱਚ ਸਿੱਖ ਬਣੇ। ਅਗਲੇ ਪਾਸੇ ਜਾ ਕੇ ਹੋਰ ਪ੍ਰਸੰਗ ਵੀ ਆ ਜਾਣੇ ਆ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ। ਤੇ ਉਹ ਵੀ ਦੇਵੀ ਜੀ ਨੂੰ ਪੁੱਛਣਗੇ ਵੀ ਤੁਸੀਂ ਕੌਣ ਹੋ, ਤਾਂ ਵੀ ਦੱਸੇਗੀ ਵੀ ਮੈਂ ਤੇ ਉਹੀ ਦੇਵੀ ਹਾਂ ਜਿੱਥੇ ਤੁਹਾਡਾ ਪਰਿਵਾਰ ਸਾਰਾ ਜਾਂਦਾ ਰਿਹਾ ਹੈ। ਤੇ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਝਾੜੂ ਪੋਚਾ ਕਰਕੇ ਇੱਥੋਂ ਦਾਤਾਂ ਲੈ ਕੇ ਤੁਹਾਨੂੰ ਦਿੰਦੀ। ਇਵੇਂ ਕਵੀ ਸਾਹਿਬ ਜੀ ਨੇ ਉਹ ਸਾਰਾ ਵਿਸਥਾਰ ਨਾਲ ਲਿਖਿਆ ਹੈ। ਜਿਹੜੇ ਲੋਕ ਕਹਿ ਦਿੰਦੇ ਵੀ ਭਾਈ ਸੰਤੋਖ ਸਿੰਘ ਤੇ ਜੀ ਆ ਸਾਰਦਾ ਦੇ ਪੂਜਕ ਸੀ, ਹਿੰਦੂ ਮਤ ਦੇ ਪ੍ਰਭਾਵ ਥੱਲੇ ਸੀ, ਉਹਨਾਂ ਨੂੰ ਇੱਥੋਂ ਅਕਲ ਮੱਤ ਲੈ ਲੈਣੀ ਚਾਹੀਦੀ ਆ ਵੀ ਜੋ ਮਾਤਾ ਦੇਵੀਆਂ ਦੇ ਥੱਲੇ ਹੁੰਦੇ ਤੇ ਇੱਥੇ ਆ ਕੇ ਵਡਿਆਈ ਨਾ ਮਹਾਰਾਜ ਜੀ ਦੀ ਲਿਖਦੇ, ਫਿਰ ਉੱਥੇ ਮਾਤਾ ਜੀ ਨੂੰ ਹੀ ਉੱਤਮ ਦੱਸਦੇ। ਇਵੇਂ ਮਹਾਰਾਜ ਜੀ ਦੀ ਮਹਾਨ ਕਥਾ ਆਪਾਂ ਸਰਵਣ ਕਰ ਰਹੇ ਹਾਂ। ਭਗਤ ਭਾਈ ਭਗੀਰਥ ਜੀ, ਭਾਈ ਮਾਨਸੁਖ ਸ਼ਾਹ ਗੁਰੂ ਕੇ ਸਿੱਖ ਬਣੇ। ਇਸ ਨੂੰ ਵੀ ਪ੍ਰੇਰਿਆ ਭਾਈ ਭਗੀਰਥ ਜੀ ਨੇ ਲਾਹੌਰ ਵਿੱਚ ਜਾ ਕੇ ਜਦੋਂ ਵਿਆਹ ਦੀ ਸਮੱਗਰੀ ਦਾ ਕਾਗਜ਼ ਦਿੱਤਾ, ਪੈਸਾ ਦਿੱਤਾ, ਕਿਹਾ ਵੀ ਇੱਕ ਦਿਨ ਵਿੱਚ ਹੀ ਸਾਰਾ ਕਰ ਦਿਓ, ਸਾਨੇ ਵਾਪਸ ਜਾਣਾ ਹੈ। ਉਹ ਕਾਗਜ਼ ਵੇਖ ਕੇ ਕਿਹਾ ਹੈ ਵੀ ਸਾਰਾ ਕੁਝ ਤਿਆਰ, ਇੱਕ ਚੂੜਾ ਤਿਆਰ ਨਹੀਂ ਹੈ। ਜੇ ਉਹ ਤਿਆਰ ਕਰਵਾਵਾਂਗੇ ਤਾਂ ਦਿਨ ਲੱਗਣਾ ਹੈ ਫਿਰ ਹੋਰ। ਇਹ ਸੁਣ ਕੇ ਭਾਈ ਭਗੀਰਥ ਕਹਿਣ ਲੱਗਾ ਵੀ ਜੇ ਮੈਂ ਇੱਕ ਦਿਨ ਰਹਿੰਦਾ ਤਾਂ ਮੇਰਾ ਜਨਮ ਵਿਅਰਥ ਚਲਿਆ ਜਾਵੇਗਾ। ਉਹ ਸੁਣ ਕੇ ਕਿਹਾ ਵੀ ਆਹ ਕੋਈ ਗੱਲ ਹੈ, ਇਹਦਾ ਕੀ ਕਾਰਨ ਹੈ? ਵੀ ਇੱਦਾਂ ਵੀ ਕਦੀ ਹੋਇਆ ਹੈ ਇੱਕ ਦਿਨ ਰਹਿ ਜਾਵਾਂਗੇ ਤੇ ਜਨਮ ਚਲਿਆ ਜਾਊਗਾ? ਮੈਨੂੰ ਸਮਝਾਓ, ਮੈਨੂੰ ਸੰਸ਼ਾ ਹੋਇਆ ਹੈ। ਕਿਹਾ ਵੀ ਮੇਰੇ ਗੁਰੂ ਪੂਰੇ ਹੈ, ਜੋ ਕਹਿ ਦੇਣ ਉਹ ਪੂਰਾ ਹੁੰਦਾ। ਉਹਨਾਂ ਮੈਨੂੰ ਐਸੀ ਆਗਿਆ ਹੀ ਕੀਤੀ ਹੈ ਇੱਕ ਦਿਨ ਰੁਕਣ ਦੀ, ਇਸ ਕਰਕੇ ਤੂੰ ਛੇਤੀ ਕਰ। ਇਹ ਕਹਿਣ ਲੱਗੇ ਵੀ ਕਲਯੁੱਗ ਦੇ ਵਿੱਚ ਤੇ ਅਸਾਂ ਨੇ ਕੋਈ ਇਹੋ ਜਿਹਾ ਵੇਖਿਆ ਨਹੀਂ ਹੈ ਪੂਰਾ। ਅਸੀਂ ਜੇ ਦੰਬੀ ਪਖੰਡੀ ਦੇਖੇ ਹੈ, ਪੂਰਾ ਨਹੀਂ ਕੋਈ ਦੇਖਿਆ ਵੀ ਜਿਹੜੇ ਵਚਨ ਕਰਨ ਤੇ ਪੂਰੇ ਹੋ ਜਾਣ। ਫਿਰ ਭਾਈ ਭਗੀਰਥ ਜੀ ਨੇ ਕਿਹਾ ਵੀ ਸੰਸਾ ਨਾ ਕਰੋ, ਇੱਕ ਵਾਰ ਦਰਸ਼ਨ ਕਰਕੇ ਦੇਖੋ ਮੇਰੇ ਗੁਰੂ ਜੀ ਨੇ। ਮੱਥਾ ਟੇਕ ਕੇ ਤੇ ਤੂੰ ਵਚਨ ਸੁਣ ਉਹਨਾਂ ਦੇ, ਤੈਨੂੰ ਸਾਰੀ ਸ਼ਾਂਤੀ ਆਵੇਗੀ। ਇਹ ਤਿਆਰ ਹੋ ਗਿਆ ਹੈ, ਸਾਰਾ ਸਮਾਨ ਲੈ ਲਿਆ ਹੈ ਵਿਆਹ ਦੀ ਸਮੱਗਰੀ ਦਾ। ਫਿਰ ਜਾ ਕੇ ਕਹਿ ਦਿੱਤਾ ਹੈ ਚੱਲਦਿਆਂ ਰਸਤੇ ਵਿੱਚ ਵੀ ਚਲੋ ਭਗੀਰਥ ਜੀ ਚੱਲਦੇ ਹਾਂ। ਮੈਂ ਤਾਂ ਮੰਨਾਂਗਾ ਗੁਰੂ ਨਾਨਕ ਸਾਹਿਬ ਜੀ ਨੂੰ ਜੇ ਮੇਰੇ ਤੁਰੇ ਜਾਂਦਿਆਂ ਨਾਮ ਲੈ ਦੇਣ ਮੇਰਾ। ਉਹੀ ਗੱਲ ਹੋਈ, ਚੱਲ ਪਿਆ। ਜਦੋਂ ਗੁਰੂ ਜੀ ਨੇ ਆਉਂਦਿਆਂ ਦੇਖਿਆ ਤੇ ਕਿਹਾ ਹੈ ਭਾਈ ਭਗੀਰਥ ਜੀ ਤੁਸੀਂ ਧੰਨ ਪਰਉਪਕਾਰੀ ਹੋ। ਅੱਜ ਉਹ ਤੁਹਾਡੇ ਨਾਲ ਸ਼ਾਹੂਕਾਰ ਆਇਆ ਮਨਸੁਖ, ਇਹ ਤੇ ਪਹਿਲਾਂ ਨਾਮ ਕੱਚਾ ਹੀ ਸੀ, ਮਨ ਨੂੰ ਕੋਈ ਸੁੱਖ ਹੈ ਨਹੀਂ ਸੀ। ਹੁਣ ਇਸ ਨਾਮ ਨੂੰ ਸਫਲਿਆ ਕਰਨਾ ਚਾਹੁੰਦਾ, ਸੱਚਾ ਕਰਨਾ ਚਾਹੁੰਦਾ ਹੈ, ਮਨ ਨੂੰ ਸੁੱਖ ਦੇਣਾ ਚਾਹੁੰਦਾ, ਤਾਂ ਹੀ ਤੁਹਾਡੇ ਨਾਲ ਆਇਆ ਹੈ, ਤੁਸੀਂ ਲੈ ਕੇ ਆਏ ਹੋ। ਫਿਰ ਇਹ ਚਰਨੀ ਪੈ ਗਿਆ ਸੀ, ਮਹਾਰਾਜ ਜੀ ਦੇ ਸਿੱਖ ਬਣ ਗਿਆ। ਤੇ ਕਦੀ ਕਦੀ ਇਹਨੇ ਲਾਹੌਰ ਰਿਹਾ ਕਰਨਾ, ਇੱਕ ਮਹੀਨਾ ਸੁਲਤਾਨਪੁਰ ਆ ਕੇ ਗੁਰੂ ਜੀ ਦੇ ਚਰਨ ਪਰਸਿਆ ਕਰਨੇ। ਲਾਹੌਰ ਵਿੱਚ ਜਾ ਕੇ ਗੁਰੂ ਜੀ ਦੇ ਲਿਖੇ ਸ਼ਬਦ ਪੜ੍ਹਿਆ ਕਰਦਾ, ਵਿਚਾਰਿਆ ਕਰਦਾ, ਚਰਨਾਂ ਦਾ ਧਿਆਨ ਧਰਦਾ, ਪੂਜਦਾ, ਬੜਾ ਸਿੱਖ ਹੋ ਗਿਆ। ਇੱਧਰ ਭਾਈ ਮਰਦਾਨੇ ਜੀ ਨੂੰ ਸਾਰੀ ਸਮੱਗਰੀ ਦੇ ਕੇ ਤਲਵੰਡੀ ਨਗਰ ਭੇਜਿਆ, ਉਹ ਵੀ ਬੜਾ ਖੁਸ਼ ਹੈ। ਬੜਾ ਵਿਸਥਾਰ ਜਸ ਕੀਤਾ ਤਲਵੰਡੀ ਨਗਰੀ 'ਚ ਜਾ ਕੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ ਕੋਈ ਨਹੀਂ ਮਹਾਨ, ਜਿਨ੍ਹਾਂ ਨੇ ਵੇਖੋ ਵੀ ਆ ਖੁੱਲ੍ਹਾ ਹੀ ਮੈਨੂੰ ਖਰਚ ਸੌਦਾ ਸਮੱਗਰੀ ਦਿੱਤੀ ਹੈ। ਇਹ ਪ੍ਰਸੰਗ ਆਪਾਂ ਸਰਵਣ ਕੀਤੇ ਸੀ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਰਦਨ ਮਨ ਕੀ ਮਲਨ ਕੋ। ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਚਰਨਾਂ ਦਾ ਮਹਿਮਾ ਦਾ ਮੰਗਲ ਕਰਦੇ ਹਨ। ਕਹਿੰਦੇ ਹਨ ਕਿ ਹੇ ਭਾਈ, ਜਿਹੜੇ ਇਹ ਜੀਵ ਦਾ ਮਨ ਹੈ, ਮਨ ਦੀ ਜਿਹੜੀ ਮਲੀਨਤਾਈ ਹੈ, ਮਨ ਨੂੰ ਜਿਹੜੀ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਲੱਗੀ ਹੋਈ ਹੈ, ਇਸ ਪਾਪਾਂ ਦੀ ਮੈਲ ਨੂੰ ਮਲਦਲ ਦੇਣ ਵਾਲੇ, ਨਾਸ ਕਰਨ ਵਾਲੇ ਹਨ ਗੁਰੂ ਜੀ ਦੇ ਚਰਨ। ਨਿਤ ਦਾਸਨ ਅਨਕੂਲ। ਤੇ ਆਪਣੇ ਜਿਹੜੇ ਦਾਸ ਸੇਵਕ ਹਨ, ਉਹਨਾਂ ਦੇ ਸਦਾ ਹੀ ਅਨੁਸਾਰੀ ਹੈ, ਗੁਰੂ ਜੀ ਦੇ ਚਰਨ ਅਨੁਕੂਲ ਹਨ। ਸਦਾ ਹੀ ਆਪਣੇ ਦਾਸਾਂ ਤੇ ਮਹਾਰਾਜ ਜੀ ਦੇ ਚਰਨ ਤੇ ਮਹਾਰਾਜ ਜੀ ਕਿਰਪਾਲਤਾ ਕਰਦੇ ਰਹਿਣ ਵਾਲੇ ਹਨ। ਹਰਨਾ ਅਮੰਗਲ ਸੁਖ ਕਰਨਾ। ਜਿਹੜੀਆਂ ਆ ਜੀਵਨ ਵਿੱਚ ਅਮੰਗਲ ਵਿਘਨ ਹਨ, ਸੋਗ ਗਮ ਹਨ, ਉਹਨਾਂ ਨੂੰ ਹਰਨ ਕਰਨ ਵਾਲੇ, ਨਾਸ ਕਰਨ ਵਾਲੇ ਹਨ ਤੇ ਸੁੱਖਾਂ ਨੂੰ ਕਰਨ ਵਾਲੇ ਮਹਾਨ। ਜੈ ਜੈ ਮੰਗਲ ਮੂਲ। ਗੁਰੂ ਮਹਾਰਾਜ ਜੀ ਆਪ ਤੇ ਸਤਿਗੁਰੂ ਜੀ ਦੇ ਜਿਹੜੇ ਚਰਨ ਹਨ, ਉਹ ਮੰਗਲ ਕਈਏ ਜਿਹੜੀਆਂ ਖੁਸ਼ੀਆਂ ਹਨ, ਖੁਸ਼ੀਆਂ ਆਨੰਦ ਦੇ ਤੇ ਮੂਲ ਮੋਢੀ ਹਨ। ਸਾਰੀਆਂ ਜਿਹੜੀਆਂ ਖੁਸ਼ੀਆਂ ਤੇ ਮੰਗਲ ਹਨ, ਉਹ ਗੁਰੂ ਜੀ ਦੇ ਚਰਨਾਂ ਵਿੱਚ ਹੀ ਵਸਦੀਆਂ ਹਨ। ਐਸੇ ਸਤਿਗੁਰੂ ਮਹਾਰਾਜ ਜੀ ਦੀ ਜੈ ਹੋਵੇ, ਜੈ ਫਤਿਹ ਹੋਵੇ, ਜੈ ਜਿੱਤ ਹੋਵੇ ਸਦਾ। ਸ੍ਰੀ ਬਾਲਾ ਸੰਦਰਵਾਚ ਸਵਈਆ ਮੋਦੀ ਕੀ ਕ੍ਰਿਤ ਵਿਸਾਲ ਚੱਲੈ। ਭਾਈ ਬਾਲਾ ਜੀ ਸੰਧੂ ਗੋਤ ਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਹੋਏ ਸਾਰਿਆਂ ਸਰੋਤਿਆਂ ਦੇ ਸਮੇਤ ਕਹਿ ਰਹੇ ਹਨ ਕਿ ਮਹਾਰਾਜ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀ ਖਾਨੇ ਵਿੱਚ ਕੰਮ ਕਿਰਤ ਕਰਦੇ ਹਨ, ਉਹ ਬੜਾ ਤਗੜਾ ਹੀ ਮੋਦੀ ਖਾਨੇ ਦਾ ਕੰਮ ਚੱਲ ਰਿਹਾ ਹੈ। ਬਹੁ ਕਾਲ ਯਹੀ ਬਿਦ ਔਰ ਜਲਾਈ। ਇਸੇ ਤਰ੍ਹਾਂ ਨਾਲ ਹੀ ਬਹੁਤ ਸਮਾਂ ਗੁਰੂ ਜੀ ਨੇ ਮੋਦੀ ਖਾਨੇ ਦਾ ਕੰਮ ਤਗੜਿਆਂ ਹੋ ਕੇ ਚਲਾਇਆ ਹੈ। ਬਾਲਾ ਰਹਿ ਨਿਜ ਸੰਗ ਸਦਾ। ਭਾਈ ਸੰਤੋਖ ਸਿੰਘ ਜੀ ਪ੍ਰਸੰਗ ਲਿਖ ਰਹੇ ਹਨ ਛੰਦਾਬੰਦੀ ਵਿੱਚ, ਜਿਹਦੇ ਕਰਕੇ ਕਹਿ ਰਹੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਦੇ ਨਾਲ ਹੀ ਇਸ ਤਰ੍ਹਾਂ ਭਾਈ ਬਾਲਾ ਜੀ ਰਹਿੰਦੇ ਹਨ। ਉਚਰਿਓ ਇਤਿਹਾਸ ਕੋ ਜਾਹੇ ਬਣਾਈ। ਜਿਸ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਗਿਆ ਨਾਲ ਸਰੋਤਿਆਂ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਤਿਹਾਸ ਪਵਿੱਤਰ ਹੈ, ਛੰਦਾਬੰਦੀ ਇਸ ਤਰ੍ਹਾਂ ਬੜਾ ਸੋਹਣਾ ਬਣਾ ਸਵਾਰ ਕੇ ਉਚਾਰਿਆ ਹੈ, ਸੁਣਾਇਆ ਹੈ ਸਭ ਨੂੰ। ਆਪਨ ਪੈ ਤਕਰੀ ਕਰ ਮੈਂ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਹੱਟ ਦੇ ਉੱਪਰ ਤਕੜੀ ਜਿਹੜੀ ਹੱਥ ਵਿੱਚ ਲੈ ਕੇ ਵਥ ਤੋਲਤ ਦੇਤ ਜਿਉ ਹੋਤ ਸਵਾਈ। ਵਸਤੂਆਂ ਨੂੰ ਤੋਲ ਦੇਈ ਜਾਂਦੇ ਹੈ। ਬਹੁਤਾ ਹੀ ਜਿਹੜਾ ਸਵਾਇਆ ਹੀ ਭਾਵ ਸਵਾਇਆ ਹੁੰਦਾ ਜਦੋਂ ਗੁਰੂ ਜੀ ਦਿੰਦੇ ਹਨ ਤੋਲ ਕੇ, ਵੱਧ ਦੇਈ ਜਾਂਦੇ ਹਨ, ਬਹੁਤਾ ਤੋਲਦੇ ਹੈ ਮਹਾਰਾਜ ਜੀ। ਕੋਮਲ ਬੋਲਤ ਬੋਲ ਅਮੋਲਕ। ਅਮੋਲਕ ਜਿਹੜੇ ਬਚਨ ਹਨ ਉਹਨਾਂ ਨੂੰ ਬੋਲਦੇ ਹੈ ਬੜੇ ਕੋਮਲਤਾਈ ਨਾਲ, ਨਿਰਮਾਈ ਨਾਲ। ਲੋਕਿਕ ਰੀਤ ਸਭੈ ਹਰ ਖਾਈ। ਲੌਕਿਕ ਜਿਹੜੀ ਰੀਤੀ, ਲੋਕਾਂ ਵਾਲੀ ਰੀਤੀ ਸੁਭਾਅ, ਉਹ ਉਹਦੇ ਕਰ ਕਰਕੇ ਮਹਾਰਾਜ ਜੀ ਖੁਸ਼ ਹੁੰਦੇ ਆ ਤੇ ਸਾਰਿਆਂ ਨੂੰ ਖੁਸ਼ ਕਰਦੇ ਆ। ਲੋਕਾਂ ਆਮ ਲੋਕਾਂ ਵਾਂਗੂ ਹੋ ਕੇ ਕੰਮ ਕਰਦੇ ਮਹਾਰਾਜ ਜੀ। ਸੋਰਠਾ
ਰਾਜ ਹੈ ਬੈਸ ਦੁਕਾਨ। ਇਸ ਤਰ੍ਹਾਂ ਹੱਟ ਦੇ ਵਿੱਚ ਦੁਕਾਨ ਵਿੱਚ ਬੈਠ ਕੇ ਗੁਰੂ ਜੀ ਬਿਰਾਜਦੇ ਹੈ, ਸੋਭਦੇ ਹਨ, ਸਜਦੇ ਹਨ। ਗਿਆਨ ਬਾਸ ਜਿਵ ਭਗਤ ਮੈਂ। ਜਿਵੇਂ ਭਗਤੀ ਵਿੱਚ ਗਿਆਨ ਵਸਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਹਨ ਗਿਆਨ ਰੂਪ। ਜਿਹੜੀ ਹੱਟ ਉਹ ਭਗਤੀ ਹੈ, ਉਹ ਹੱਟ ਰੂਪੀ ਭਗਤੀ ਦੇ ਵਿੱਚ ਗਿਆਨ ਰੂਪੀ ਗੁਰੂ ਜੀ ਵਸਦੇ ਹਨ। ਕੀਰਤ ਜਾਨ ਸਮਾਨ। ਜਿਹੜੀ ਗੁਰੂ ਜੀ ਦੀ ਕੀਰਤੀ ਵਡਿਆਈ ਮਹਿਮਾ ਹੈ, ਉਹਦੇ ਚੰਦਰਮਾ ਦੀ ਚਾਂਦਨੀ ਸਮਾਨ ਹੈ। ਪਰਮ ਪਾਵਨੀ ਜਗਤ ਮੈਂ। ਜਗਤ ਵਿੱਚ ਜਿਹੜੀ ਬੜੀ ਮਹਾਨ ਗੁਰੂ ਮਹਾਰਾਜ ਜੀ ਤੇ ਚੰਦਰਮਾ ਸਮਾਨ, ਤੇ ਜਿਹੜੀ ਚਾਂਦਨੀ ਹੈ ਉਹ ਜਿਹੜੀ ਕੀਰਤੀ ਗੁਰੂ ਜੀ ਦੀ ਉਹ ਹੈ ਚਾਂਦਨੀ ਸਮਾਨ। ਸੰਸਾਰ ਦੇ ਵਿੱਚ ਪਰਮ ਪਵਿੱਤਰੀ ਬੜੀ ਫੈਲ ਰਹੀ ਹੈ, ਪਸਰ ਰਹੀ ਹੈ ਗੁਰੂ ਜੀ ਦੀ ਕੀਰਤੀ ਵਡਿਆਈ। ਸਵਈਆ ਭੇਦ ਕੋ ਜਾਣ ਹੈ ਮਾਨਵ ਜੇ। ਜਿਹੜੇ ਮਨੁੱਖ ਗੁਰੂ ਮਹਾਰਾਜ ਜੀ ਦੇ ਭੇਦ ਨੂੰ ਜਾਣਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਮਹਾਨ ਹਨ। ਕਾਲ ਸੰਗਤ ਕੋਮਲ ਬੋਲ ਸੁਨਾ ਹੈ। ਉਹ ਗੁਰੂ ਜੀ ਦੀ ਸੰਗਤ ਕਰਦੇ ਹੈ, ਤੇ ਜਿਹੜੇ ਗੁਰੂ ਜੀ ਦੇ ਕੋਮਲ ਬਚਨ ਹਨ ਉਹਨਾਂ ਨੂੰ ਸੁਣਦੇ ਹੈ ਧਿਆਨ ਦੇ ਕੇ। ਲੋਚਨ ਗੋਚਰ ਸੋਚ ਵਿਮੋਚਨ। ਸੋਚਾਂ ਨੂੰ ਕੱਟਣ ਵਾਲੇ ਗੁਰੂ ਸਾਹਿਬ ਜੀ ਉਹਨਾਂ ਨੂੰ ਆਪਣੇ ਨੇਤਰਾਂ ਦੇ ਸਾਹਮਣੇ। ਰੂਪ ਬਿਲੋਕਤ ਤਨ ਮਨ ਹੈ। ਨੇਤਰਾਂ ਦੇ ਸਾਹਮਣੇ ਗੁਰੂ ਜੀ ਦਾ ਸੋਹਣਾ ਸਰੂਪ ਵੇਖਦੇ ਹੈ ਤੇ ਆਪਣੇ ਆਪ ਨੂੰ ਧਨ ਮੰਨਦੇ ਹੈ, ਭਾਗਾਂ ਵਾਲਾ ਮੰਨਦੇ ਹੈ ਸਾਰੇ। ਸ੍ਰੀ ਮੁਖ ਸੋ ਲਖ ਕਾ ਅਧਿਕਾਰ। ਸੋਭਾ ਵਾਲੇ ਮੁਖ ਤੋਂ ਗੁਰੂ ਮਹਾਰਾਜ ਜੀ ਜਿਹੜੇ ਸਰੋਤੇ ਹੈ ਉਹਨਾਂ ਨੂੰ ਅਧਿਕਾਰੀ ਜਾਣ ਕੇ। ਭਲੇ ਭਗਤੀ ਪੁਨ ਗਿਆਨ ਭਨੈ ਹੈ। ਜਿਹੜੇ ਚੰਗੇ ਭਗਤੀ ਦੇ ਵਿੱਚ ਤੇ ਗਿਆਨ ਦੇ ਬਚਨ ਹੈ ਉਹ ਗੁਰੂ ਮਹਾਰਾਜ ਜੀ ਅਧਿਕਾਰੀ ਜਾਣ ਕੇ ਉਹ ਬਚਨ ਗਿਆਨ ਤੇ ਭਗਤੀ ਵਿੱਚ ਮਿਲੇ ਹੋਏ ਕਹਿੰਦੇ ਹੈ। ਕਿਉ ਨਾ ਕਹੋ ਤਿਨ ਗਿਆਨ ਹੋਵੇ। ਭਾਈ ਜਿਹਨੂੰ ਗੁਰੂ ਜੀ ਕਹਿਣ ਕਿਉਂ ਨਾ ਉਹਨੂੰ ਉਸ ਮਨੁੱਖ ਨੂੰ ਬੜਾ ਗਿਆਨ ਹੋਵੇ। ਜਗਤੇਸ਼ਵਰ ਕੋ ਗੁਰ ਜੌਨ ਬਨੈ ਹੈ। ਜਗਤ ਦੇ ਮਾਲਕ ਜਿਸ ਨੂੰ ਜਗਤ ਦੇ ਮਾਲਕ ਨੂੰ ਜੋ ਗੁਰੂ ਬਣਾ ਲੈਣ, ਭਲਾ ਉਹਨਾਂ ਨੂੰ ਗਿਆਨ ਨਾ ਕਿਉਂ ਨਾ ਹੋਵੇ। ਜਿਨ੍ਹਾਂ ਨੂੰ ਪਰਮੇਸ਼ਰ ਆਪ ਹੀ ਆ ਕੇ ਉਪਦੇਸ਼ ਦੇਵੇ ਉਹ ਗਿਆਨ ਤੋਂ ਵਾਂਝੇ ਨਹੀਂ ਰਹਿ ਸਕਦੇ। ਜਿਨ੍ਹਾਂ ਨੇ ਜਗਤ ਦੇ ਮਾਲਕ ਪਰਮੇਸ਼ਰ ਨੂੰ ਗੁਰੂ ਬਣਾ ਲਿਆ ਹੈ, ਭਾਈ ਭਲਾ ਉਹਨਾਂ ਨੂੰ ਕਿਉਂ ਨਾ ਗਿਆਨ ਹੋਵੇ ਬ੍ਰਹਮ ਗਿਆਨ। ਸੁਲਤਾਨਪੁਰੇ ਮਹਿ ਕੇਤਿਕ ਮਾਨਵ। ਕੁਝ ਕੁ ਜਿਹੜੇ ਮਨੁੱਖ ਸੁਲਤਾਨਪੁਰ ਸ਼ਹਿਰ ਦੇ ਵਿੱਚ ਗਿਆਨ ਸਪਾਨ ਪਏ ਸੁਖ ਪਾਈ। ਉਹ ਗਿਆਨ ਦੇ ਸਹਿਤ ਹੈ, ਸੰਪੂਰਨ ਸੰਪੰਨ ਹੋ ਗਏ ਹੈ, ਬੜਾ ਸੁਖ ਪਾ ਰਹੇ ਗਿਆਨ ਅਵਸਥਾ ਵਿੱਚ ਹੋ ਕੇ। ਨੁਤ ਨਿੰਦ ਤਜੀ ਸਮਤਾ ਸਰਜੀ। ਜਿਵੇਂ ਜਿਹੜੀ ਕਿਸੇ ਦੀ ਉਸਤਤ ਕਰੀ ਜਾਣੀ ਬਿਨਾਂ ਗੱਲ ਤੋਂ, ਬਿਨਾਂ ਵਜ੍ਹਾ ਕਿਸੇ ਦੀ ਨਿੰਦਿਆ ਕਰੀ ਜਾਣੀ, ਇਹ ਤੇ ਉਹਨਾਂ ਨੇ ਛੱਡ ਦਿੱਤੀ ਹੈ। ਜਿਹੜੀ ਸਮਦ੍ਰਿਸ਼ਟੀ ਹੈ ਵੀ ਸਭ ਨਾਲ ਇੱਕ ਸਮਾਨ ਰਹਿਣਾ, ਉਹ ਧਾਰਨ ਕੀਤੀ ਹੋਈ ਹੈ। ਲਰਜੀ ਅਵਵੇਕ ਕੀ ਫੌਜ ਭਜਾਈ। ਅਵਵੇਕ ਜਿਹੜਾ ਗਿਆਨ ਹੈ ਉਹਦੀ ਜਿਹੜੀ ਫੌਜ ਹੈ, ਸੈਨਾ ਹੈ, ਉਹਨੂੰ ਕੰਬਾ ਕੇ ਦਬਾ ਕੇ ਡਰਾ ਧਮਕਾ ਕੇ ਭਜਾ ਦਿੱਤਾ ਉਹਨਾਂ ਨੇ ਗਿਆਨ ਵਾਲਿਆਂ ਪੁਰਖਾਂ ਨੇ। ਕਲ ਕਾਲ ਕਰਾਲ ਵਿਸਾਲ ਵਿਖੇ। ਕਲਯੁਗ ਦੇ ਸਮੇਂ ਵਿੱਚ ਜਿਹੜਾ ਬੜਾ ਭਿਆਨਕ ਹੈ। ਕਿਰਪਾਲ ਗੁਰੂ ਜਨ ਲੀਨ ਬਚਾਈ। ਕਿਰਪਾਲੂ ਦਿਆਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਦਾਸਾਂ ਨੂੰ ਹੱਥ ਦੇ ਕੇ ਬਚਾ ਲਿਆ ਇਸ ਕਲਯੁਗ ਦੇ ਭਿਆਨਕ ਮਾੜੇ ਸਮੇਂ ਤੋਂ। ਭਵ ਡਿੰਬ ਵੱਡੇ ਪ੍ਰਚੰਡ ਭਏ। ਸੰਸਾਰ ਦੇ ਵਿੱਚ ਜਿਹੜਾ ਪਖੰਡ ਹੈ, ਪਖੰਡੀ ਲੋਕ ਬੜੇ ਵੱਡੇ ਤੇ ਬੜੇ ਪ੍ਰਚੰਡ ਭਏ।
ਤਿੱਖੇ ਤਰਾਰੇ ਹੋ ਰਹੇ ਸਨ, ਜਿਹੜੇ ਪਖੰਡੀ ਸਾਧ ਆਦਿਕ। ਤਿਨ ਖੰਡਨ ਕੋ ਮਨ ਲਾਲਸ ਆਈ। ਉਹਨਾਂ ਦੇ ਪਖੰਡ ਨੂੰ ਤੇ ਉਹਨਾਂ ਨੂੰ ਟੋਟੇ ਟੋਟੇ ਕਰਨ ਵਾਸਤੇ ਗਿਆਨ ਦੀ ਖੜਗ ਨਾਲ ਗੁਰੂ ਜੀ ਨੇ ਮਨ ਵਿੱਚ ਇਵੇਂ ਲਾਲਸ ਆਈ ਹੈ, ਮਨ ਵਿੱਚ ਇੱਛਾ ਆਈ ਹੈ ਗੁਰੂ ਜੀ ਦੇ। ਭਵ ਲਾਵਨ ਗਿਆਨ ਤਰੋਵਰ ਕੋ। ਉਹ ਕੀ ਇੱਛਾ ਆਈ ਹੈ ਕਿ ਜਿਹੜਾ ਸੰਸਾਰ ਸਮੁੰਦਰ ਹੈ, ਇਹ ਸੰਸਾਰ ਦੇ ਵਿੱਚ ਗਿਆਨ ਦਾ ਜਿਹੜਾ ਰੁੱਖ ਹੈ, ਬ੍ਰਿਛ, ਉਹਨੂੰ ਲਾਉਣ ਦੀ। ਬਰ ਬਾਤ ਭਰੀ ਔਰ ਬੀਚ ਵਿਚਾਰੀ। ਜਿਹੜੀ ਸ੍ਰੇਸ਼ਟ ਗੱਲਬਾਤ ਹੈ, ਚੰਗੀ ਤਰ੍ਹਾਂ ਮਹਾਰਾਜ ਜੀ ਨੇ ਹਿਰਦੇ ਵਿੱਚ ਸੋਚੀ ਵਿਚਾਰੀ ਹੈ ਕਿ ਜਿਹੜਾ ਗਿਆਨ ਦਾ ਰੁੱਖ ਹੈ ਸੰਸਾਰ ਦੇ ਵਿੱਚ ਲਾਈਏ ਹੁਣ। ਮਨ ਨੀਵ ਕੋ ਬੀਜਨ ਪ੍ਰੇਮ ਸੋ ਨੇਮ ਵਦੰ। ਉਹ ਕਿਹੜਾ ਰੁੱਖ ਹੈ, ਕਿਵੇਂ ਲੱਗਣਾ ਹੈ, ਉਹਦਾ ਇੱਥੇ ਅਲੰਕਾਰ ਕਵੀ ਜੀ ਨੇ ਬੰਨਿਆ ਹੈ ਕਿ ਜਿਹੜਾ ਮਨ ਨੂੰ ਨੀਵਾਂ ਰੱਖਣਾ ਹੈ, ਇਹ ਹੈ ਧਰਤੀ। ਜਿਹੜਾ ਪ੍ਰੇਮ ਰੱਖਣਾ ਸਭ ਨਾਲ, ਇਹ ਉਸ ਗਿਆਨ ਰੂਪੀ ਬ੍ਰਿਛ ਦਾ ਬੀਜ ਬੀਜਣਾ ਹੈ। ਤੇ ਜਿਹੜਾ ਨਿਯਮ ਵਿੱਚ ਰਹਿਣਾ ਹੈ, ਸਦਾ ਨੇਮ ਵਿੱਚ, ਇਹ ਉਸ ਰੁੱਖ ਦਾ ਵਧਣਾ ਹੈ। ਭਗਤੀ ਤੁਕ ਮਲ ਦਿਆਰੀ। ਜਿਹੜੀ ਭਗਤੀ ਕਰਨੀ ਪਰਮੇਸ਼ਰ ਦੀ, ਪ੍ਰੇਮਾ ਭਗਤੀ, ਇਹ ਉਸ ਗਿਆਨ ਰੂਪੀ ਰੁੱਖ ਦਾ ਤੁਕ ਕਹੀਏ ਜਿਹੜਾ ਛਿਲਕਾ ਹੈ। ਜਿਹੜਾ ਦਿਆਲਤਾ ਰੱਖਣੀ, ਦਿਆਲੂ ਸੁਭਾਅ ਰੱਖਣਾ, ਇਹ ਉਸ ਰੁੱਖ ਦਾ ਮੁੱਢ ਹੈ। ਸਮਤਾ ਅਲਬਾਲ ਕਲਾਲ ਸਤੰ। ਜਿਹੜੀ ਸਮ ਦ੍ਰਿਸ਼ਟੀ ਰੱਖਣੀ, ਵੀ ਸਭ ਨੂੰ ਇੱਕ ਸਮਾਨ ਵੇਖਣਾ, ਵੈਰੀ ਮਿੱਤਰ ਨੂੰ, ਇਹ ਉਸ ਗਿਆਨ ਰੂਪੀ ਰੁੱਖ ਦੀ ਜਿਹੜੀ ਹੈ ਅਲਬਾਲ ਕੀਤੀ ਹੋਈ, ਆਡਾਂ ਜਿਹੀਆਂ ਕੀਤੀਆਂ ਚਾਰ ਸਫੇਰੇ। ਕਲਾਲ ਜਿਹੜਾ ਸਤ ਪ੍ਰਤੱਗੀ ਹੋਣਾ, ਸੱਚ ਬੋਲਣਾ, ਇਹ ਪਾਣੀ ਹੈ। ਸੋਚ ਸੀਚਨ ਕਾ ਤ੍ਰਿਤ ਜਾਂ ਰਖਵਾਰੀ। ਜਿਹੜੀ ਸੁਚਤਾਈ ਰੱਖਣੀ ਹੈ, ਸੁਚਮਤਾਈ, ਪਵਿੱਤਰਤਾਈ, ਇਹ ਉਸ ਰੁੱਖ ਨੂੰ ਸਿੰਜਣਾ ਹੈ ਜਲ। ਜਿਹੜੀ ਧੀਰਜ ਰੱਖਣੀ ਹੈ, ਇਹੀ ਗਿਆਨ ਰੂਪੀ ਰੁੱਖ ਦੀ ਜਿਹੜੀ ਰਖਵਾਲੀ ਕਰਨੀ ਹੈ। ਧਰਮ ਅੰਕੁਰ ਸੰਕੁਲ ਕਰਮ ਦਲੰ। ਜਿਹੜਾ ਧਰਮ ਵਿੱਚ ਪੱਕੇ ਰਹਿਣਾ, ਇਹ ਅੰਕੁਰ ਦਾ ਫੁੱਟਣਾ, ਉਸ ਰੁੱਖ ਦਾ ਅੰਕੁਰ ਫੁੱਟਣੇ ਹੈ। ਜਿਹੜੇ ਸ਼ੁਭ ਕਰਮ ਕਰਕੇ ਇਕੱਠੇ ਕਰਨੇ ਹੈ, ਇਹ ਉਸ ਦੇ ਪੱਤੇ ਹਨ ਗਿਆਨ ਰੂਪੀ ਰੁੱਖ ਦੇ। ਜਿਹ ਸਾਖ ਬੜੀ ਸੁਮਤੀ ਸੁਖਵਾਰੀ। ਜਿਹੜੀ ਸ੍ਰੇਸ਼ਟ ਮਤ ਸੁਖ ਵਾਲੀ ਰੱਖਣੀ ਹੈ, ਹਿਰਦੇ ਵਿੱਚ ਸਦਾ ਸ੍ਰੇਸ਼ਟ ਮਤ ਵਿੱਚ ਵਿਚਰਨਾ ਹੈ। ਇਹ ਉਸ ਰੁੱਖ ਗਿਆਨ ਰੂਪੀ ਰੁੱਖ ਦੀਆਂ ਸਾਖਾਂ ਜਿਹੜੀਆਂ ਟਾਹਣੀਆਂ, ਉਹ ਵੱਧ ਫੁੱਲ ਰਹੀਆਂ ਹਨ। ਹਰ ਨਾਮ ਪਾਰਹੀ ਫੂਲ ਲੱਗੇ। ਹਰ ਨਾਮ ਅਪਾਰ ਹੀ ਫੂਲ ਲੱਗੇ। ਜਿਹੜਾ ਹਰੀ ਦੇ ਨਾਮ ਹੈ ਬੇਅੰਤ, ਇਹ ਉਸ ਰੁੱਖ ਨੂੰ ਫੁੱਲ ਲੱਗੇ ਹੋਏ ਸੋਹਣੇ। ਨਿਜ ਰੂਪ ਪਛਾਨ ਫਲਿਓ ਫਲ ਭਾਰੀ। ਆਪਣੇ ਆਪੇ ਆਪਣੇ ਆਤਮ ਸਰੂਪ ਨੂੰ ਜਿਹੜਾ ਪਛਾਣ ਲੈਣਾ ਹੈ, ਇਹ ਗਿਆਨ ਰੂਪੀ ਰੁੱਖ ਨੂੰ ਜਿਹੜਾ ਭਾਰੀ ਫਲ ਹੈ, ਉਹ ਫਲਿਆ ਹੈ। ਰਸ ਪੂਰਨ ਹੈ ਸੁਖ ਆਤਪ ਅੰਮ੍ਰਿਤ। ਜਿਹੜਾ ਪੂਰਨ ਸੁਖ ਹੋ ਜਾਣਾ, ਇਹ ਉਸ ਫਲ ਦਾ ਰਸ ਹੈ, ਰਸ ਆਉਣਾ ਹੈ। ਤੇ ਜਿਹੜੀ ਧੁੱਪ ਹੈ, ਇਹ ਮ੍ਰਿਤੂ ਸਮਾਨ ਹੈ, ਮੌਤ ਸਮਾਨ। ਅੰਮ੍ਰਿਤ ਕੀ ਛਾਂ ਟਰੈ ਨਹਿ ਟਾਰੀ। ਜਿਹੜੀ ਧੁੱਪ ਹੈ, ਮ੍ਰਿਤੂ ਸਮਾਨ ਹੈ, ਮੌਤ ਸਮਾਨ ਹੈ। ਇਸ ਨੂੰ ਖਤਮ ਕਰਨ ਵਾਸਤੇ ਜਿਹੜੀ ਮੁਕਤੀ ਹੈ, ਮੁਕਤੀ ਦੀ ਜਿਹੜੀ ਛਾਂ ਗਿਆਨ ਰੂਪੀ ਰੁੱਖ ਹੈ, ਉਹਦੀ ਜਿਹੜੀ ਛਾਂ ਮੁਕਤੀ ਹੈ, ਉਹ ਮੁਕਤੀ ਦੀ ਛਾਂ ਕਦੀ ਟਾਲਿਆਂ ਟਲਦੀ ਨਹੀਂ ਹੈ, ਸਦਾ ਹੀ ਰਹਿੰਦੀ ਹੈ। ਪਸ ਮੋਹ ਚਰੈ ਨਹਿ ਯਾ ਬਿਦ ਸੋ। ਇਸ ਤਰ੍ਹਾਂ ਨਾਲ ਇਸ ਗਿਆਨ ਰੂਪੀ ਰੁੱਖ ਨੂੰ ਜਿਹੜੇ ਮੋਹ ਰੂਪੀ ਪਸ਼ੂ ਹੈ, ਉਹ ਨਹੀਂ ਚਰਦੇ। ਸਤ ਸੰਗਤ ਕੀ ਚਾਹੂੰ ਪਸ ਹੈ ਬਾਰੀ। ਇਸ ਰੁੱਖ ਨੂੰ, ਗਿਆਨ ਰੂਪੀ ਰੁੱਖ ਨੂੰ, ਸਤ ਸੰਗਤ ਜਿਹੜੀ ਵਾਹਿਗੁਰੂ ਦੀ
ਉਹ ਚਾਰੇ ਪਾਸੇ ਵਾੜੀ ਕੀਤੀ ਹੋਈ ਹੈ ਵਾੜ। ਖਗ ਸੰਤ ਸਦਾ ਤਿਹ ਸੇਵਤ ਹੈ। ਜਿਹੜੇ ਸੰਤ ਹਨ ਇਹ ਮਾਨੋ ਪੰਛੀ ਰਹਿ ਰਹੇ ਹੈ ਗਿਆਨ ਰੂਪੀ ਰੁੱਖ ਤੇ ਸਦਾ ਹੀ ਉਸ ਦਾ ਜਿਹੜਾ ਫਲ ਹੈ ਆਪਣੇ ਨਿੱਜੀ ਰੂਪ ਆਤਮ ਰੂਪ ਨੂੰ ਪਛਾਨਣਾ, ਉਸ ਨੂੰ ਇਹ ਸੰਤ ਪੰਛੀ ਰੂਪ ਸੇਵਦੇ ਐ ਛਕਦੇ ਹਨ। ਪੁਨ ਦੇਵਤ ਔਰਨ ਕੋ ਉਪਕਾਰੀ। ਉਪਕਾਰੀ ਹੋ ਕੇ ਫਿਰ ਹੋਰਨਾਂ ਜੀਵਾਂ ਨੂੰ ਵੀ ਆਪਣੇ ਸਵੈ ਸਰੂਪ ਦੀ ਪਛਾਣ ਕਰਨ ਰੂਪੀ ਜਿਹੜਾ ਫਲ ਫਲਿਆ ਇਸ ਗਿਆਨ ਰੂਪੀ ਰੁੱਖ ਨੂੰ ਉਹ ਹੋਰਨਾਂ ਨੂੰ ਵੀ ਦਿੰਦੇ ਆ ਛਕਣ ਲਈ। ਦੋਹਰਾ ਸ੍ਰੀ ਚੰਦ ਤ੍ਰੈ ਬਰਖ ਕੇ। ਇਹ ਉੱਪਰ ਜੋ ਗੁਰੂ ਮਹਾਰਾਜ ਜੀ ਨੇ ਇੱਛਾ ਕੀਤੀ ਹੈ ਵੀ ਸੰਸਾਰ ਦੇ ਵਿੱਚ ਗਿਆਨ ਰੂਪੀ ਰੁੱਖ ਲਾਈਏ, ਉਹਦਾ ਕਵੀ ਸਾਹਿਬ ਜੀ ਨੇ ਚੰਗੀ ਤਰ੍ਹਾਂ ਛੰਦਾਬੰਦੀ ਵਿੱਚ ਅਲੰਕਾਰ ਬਣ ਕੇ ਦਰਸਾਇਆ ਹੈ। ਇਹ ਗੁਰੂ ਜੀ ਨੇ ਇੱਛਾ ਕੀਤੀ ਹੈ। ਫਿਰ ਇਸ ਤਰ੍ਹਾਂ ਹੁਣ ਪ੍ਰਸੰਗ ਆਰੰਭ ਹੋ ਰਿਹਾ ਅੱਗੇ। ਫਿਰ ਬਾਬਾ ਸ਼੍ਰੀ ਚੰਦ ਜੋ ਸਨ ਮਹਾਰਾਜ ਜੀ ਦੇ ਸਾਹਿਬਜ਼ਾਦੇ 3 ਕੁ ਸਾਲਾਂ ਦੇ, ਅਵਰ ਅਧਿਕ ਖਟ ਮਾਸ। ਹੋਰ ਜਿਹੜੇ 6 ਮਹੀਨੇ ਯਾਨੀ ਕਿ 3.5 ਸਾਲ। ਜਠਰ ਵਿਖੈ ਤਿਹ ਕਾਲ ਮੈਂ। ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ 3.5 ਸਾਲ ਹੋ ਗਏ ਹੈ, ਇੱਧਰ ਮਾਤਾ ਸੁਲੱਖਣੀ ਜੀ ਦੇ ਪੇਟ ਵਿੱਚ ਉਸ ਸਮੇਂ ਜਨ ਹੋ ਲਖਮੀ ਦਾਸ। ਗੁਰੂ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਜਾਣ ਲਓ, ਉਹ ਮਾਤਾ ਜੀ ਦੇ ਪੇਟ ਵਿੱਚ ਸਨ। ਸਿੱਖੀ ਉਦੈ ਕਰਨ ਕੋ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੈ ਉਹ ਸਿੱਖੀ ਨੂੰ ਪ੍ਰਗਟ ਕਰਨ ਲਈ ਮੋਦੀ ਕ੍ਰਿਤ ਤਿਆਗ। ਮੋਦੀ ਖਾਨੇ ਦੀ ਜਿਹੜੀ ਕਿਰਤ ਕਮਾਈ ਹੈ ਗੁਰੂ ਜੀ ਨੇ ਛੱਡ ਦਿੱਤੀ ਹੈ। ਆਗੇ ਸੁਨ ਪ੍ਰਸੰਗ ਸੋ। ਇਸ ਤਰ੍ਹਾਂ ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਅੱਗੇ ਜਿਹੜਾ ਪ੍ਰਸੰਗ ਹੈ ਭਾਈ ਉਹਨੂੰ ਸੁਣੋ। ਜਿਨ ਮਨ ਗੁਰ ਅਨਰਾਗ। ਜਿਨ੍ਹਾਂ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਇਹ ਗੁਰੂ ਜੀ ਦੇ ਪ੍ਰਸੰਗ ਸੁਣਨ ਦਾ ਪ੍ਰੇਮ ਹੈ, ਜਿਨ੍ਹਾਂ ਨੂੰ ਗੁਰੂ ਜੀ ਨਾਲ ਪ੍ਰੇਮ ਹੈ, ਉਹ ਭਾਈ ਧਿਆਨ ਦੇ ਕੇ ਅੱਗੇ ਪ੍ਰਸੰਗ ਸਰਵਣ ਕਰੋ। ਸੋਰਠਾ ਜਿਹ ਕਾਰਨ ਅਵਤਾਰ। ਜਿਸ ਕੰਮ ਨੂੰ ਕਰਨ ਵਾਸਤੇ ਜਿਸ ਕਾਰਨ ਅਵਤਾਰ। ਚਿਤ ਚਿਤਵਿਓ ਚੇਤਨ ਸਤੰ। ਸਤ ਚੇਤਨ ਆਨੰਦ ਸਰੂਪ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਹੈ, ਜਿਸ ਕਾਰਨ ਅਵਤਾਰ ਨੂੰ ਧਾਰਨ ਕੀਤਾ ਹੈ ਤੇ ਚਿਤਵਦੇ ਆ ਸੋਚਦੇ ਮਹਾਰਾਜ ਜੀ। ਕੀਓ ਚਾਹਤ ਵਿਸਤਾਰ। ਹੁਣ ਜਿਸ ਕਾਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ ਮਹਾਰਾਜ, ਉਸ ਸਿੱਖੀ ਨੂੰ ਫੈਲਾਉਣ ਵਾਸਤੇ ਵਿਸਥਾਰ ਕਰਨਾ ਚਾਹੁੰਦੇ ਹੈ। ਮੁਕਤ ਪੰਥ ਸਿੱਖੀ ਸੋ ਮਤ। ਇਹ ਮੁਕਤੀ ਦਾ ਰਸਤਾ, ਸਿੱਖੀ ਪੰਥ ਦਾ ਰਸਤਾ ਤੇ ਸ੍ਰੇਸ਼ਟ ਮਤ ਨੂੰ ਫੈਲਾਉਣ ਵਾਸਤੇ ਵੀ ਸ੍ਰੇਸ਼ਟ ਮਤ ਫੈਲਾਉਣੀ ਹੈ, ਸਿੱਖੀ ਪੰਥ ਵਧਾ ਕੇ ਉਹਦਾ ਵਿਸਥਾਰ ਕਰਕੇ ਦੇ ਜੀਵਾਂ ਨੂੰ ਮੁਕਤ ਕਰਨਾ ਹੈ। ਇਹ ਗੁਰੂ ਜੀ ਨੇ ਇਹ ਵਿਸਥਾਰ ਕਰਨਾ ਚਾਹੁੰਦੇ ਹੈ। ਦੋਹਰਾ ਬਾਲੇ ਸੋ ਬੋਲੇ ਪ੍ਰਭੂ। ਇੱਕ ਦਿਨ ਦੀ ਗੱਲ ਹੈ ਕਿ ਭਾਈ ਬਾਲਾ ਜੀ ਨਾਲ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬਾਣੀ ਬੋਲੇ ਹੈ। ਜਗਤ ਲਾਜ ਕੋ ਸ਼ੋਰ। ਇਹ ਵੀ ਭਾਈ ਬਾਲਾ ਜਿਹੜੀ ਹੁਣ ਲੋਕ ਲਜਾਏ ਆਪਾਂ ਨੇ ਛੱਡ ਦੇਣੀ ਹੈ, ਜਿਹੜੀ ਵੀ ਲੋਕ ਕਹਿਣ ਵੀ ਇਹ ਭੱਜ ਗਏ ਮੋਦੀ ਖਾਨੇ ਦਾ ਕੰਮ ਛੱਡ ਕੇ, ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ, ਇਹ ਆਪਾਂ ਲੋਕ ਲੱਜਿਆ ਛੱਡ ਦੇਣੀ। ਜਿਹੜਾ ਲੋਕਾਂ ਨੇ ਤਵਾ ਜਿਹਾ ਲਾਉਣਾ ਨਾ, ਇਹਦੇ ਵੱਲ ਧਿਆਨ ਨਹੀਂ ਦੇਣਾ। ਹੁਣ ਆਪਾਂ ਆਪਣੀ ਮਰਜ਼ੀ ਨਾਲ ਆਪਣਾ ਬਤੀਤ ਕਰਨਾ ਸਮਾਂ। ਅਪਰ ਰੀਤ ਵਰਤ ਹੈ ਬਹਿ। ਹੁਣ ਤੇ ਅਸੀਂ ਹੋਰ ਆਪਣੀ ਮਰਜ਼ੀ ਦੀ ਰੀਤੀ ਨਾਲ ਹੀ ਵਰਤਾਂਗੇ। ਰਹੋ ਬੇਬੇ ਕਰ ਔਰ। ਬਾਕੀ ਭਾਈ ਬਾਲਾ ਜੀ ਤੁਸੀਂ ਸਾਡੇ ਜੋ ਭੈਣ ਨਾਨਕੀ ਜੀ ਹੈ
ਉਹਨਾਂ ਦੀ ਘਰ ਤਰਫ ਰਹੋ, ਜਿੱਥੇ ਸਾਡਾ ਜੀ ਕਰੋ ਅਸੀਂ ਉੱਥੇ ਰਹਾਂਗੇ। ਤਥਾ ਭਗੀਰਥ ਸੋ ਭਨਿਓ। ਜਿਸ ਤਰ੍ਹਾਂ ਭਾਈ ਬਾਲੇ ਜੀ ਨੂੰ ਕਿਹਾ ਹੈ, ਉਸੇ ਤਰ੍ਹਾਂ ਭਾਈ ਭਗੀਰਥ ਜੀ ਨੂੰ ਮਹਾਰਾਜ ਜੀ ਨੇ ਕਹਿ ਦਿੱਤਾ ਹੈ। ਕਬ ਕਬ ਦਰਸਹੁ ਆਏ। ਇਹ ਭਾਈ ਭਗੀਰਥ ਤੁਸੀਂ ਵੀ ਹੁਣ ਆ ਮਲਸੀਹਾਂ ਪਿੰਡ ਤੋਂ ਕਦੀ ਕਦੀ ਜਿਹੜਾ ਨਾ ਦਰਸ਼ਨ ਕਰਨ ਵਾਸਤੇ ਆ ਜਾਇਆ ਕਰੋ ਜਦੋਂ ਜੀ ਕਰਦਾ ਹੈ, ਨਹੀਂ ਤਾਂ ਆਪਣੇ ਘਰ ਉਹ ਪਿੰਡ ਵਿੱਚ ਹੀ ਰਹੋ। ਪੂਰਬ ਕੇ ਵਿਵਹਾਰ ਜੋ ਪਹਿਲਾਂ ਦਿਆ ਵਿਹਾਰ ਲੈਣਾ ਦੇਣਾ, ਵੀ ਮੋਦੀ ਖਾਨੇ ਦਾ ਕੰਮ ਕਰਨਾ, ਗਰੀਬ ਗੁਰਬੇ ਨੂੰ ਦੇਣਾ ਲੈਣਾ, ਖੁੱਲੀਆਂ ਰਸਤਾਂ ਬਸਤਾਂ, ਤਿਨਹੁ ਨਾ ਅਬ ਮਨ ਲਿਆਏ। ਵੀ ਉਹਨਾਂ ਨੂੰ ਮਨ ਵਿੱਚ ਨਹੀਂ ਹੁਣ ਲਿਆਉਣਾ ਵੀ ਕੋਈ ਕੁਝ ਵੀ ਕਹੀ ਜਾਵੇ ਵੀ ਅਸੀਂ ਕਿੱਥੋਂ ਖਾਵਾਂਗੇ, ਮਹਾਰਾਜ ਤੁਸੀਂ ਕਿਉਂ ਛੱਡ ਰਹੇ ਹੋ ਕੰਮ, ਉਹਨਾਂ ਨੂੰ ਹੁਣ ਮਨ 'ਚ ਨਹੀਂ ਲਿਆਉਣਾ ਹੈ। ਹੁਣ ਤੇ ਸਭ ਕੁਝ ਛੱਡ ਦੇਣਾ, ਕਿਸੇ ਨੂੰ ਕੁਝ ਨਹੀਂ ਦੇਣਾ। ਸਵਈਆ ਏਕ ਸਮੈ ਜਲ ਈਸ਼ਵਰ ਕੋ। ਇੱਕ ਸਮੇਂ ਦੀ ਗੱਲ ਹੈ ਕਿ ਜੋ ਜਲਾਂ ਦਾ ਈਸ਼ਵਰ ਵਰਨ ਦੇਵਤਾ, ਜਿਹਨੂੰ ਆ ਮੰਨਣ ਵਾਲੇ ਕਈ ਖਵਾਜਾ ਵੀ ਪੀਰ ਵੀ ਕਹਿੰਦੇ ਹਨ। ਸੁਖ ਰਾਸ ਆਕਾਸ਼ ਪਈ ਸੁਭ ਬਾਣੀ। ਜਿਹੜੇ ਕੋਈ ਪੀਰਾਂ ਨੂੰ ਮੰਨਣ ਵਾਲੇ ਉਹ ਖਵਾਜਾ ਪੀਰ ਕਹਿੰਦੇ ਆ, ਤੇ ਕੁਝ ਵਰਨ ਦੇਵਤਾ ਮੰਨਿਆ ਜਾਂਦਾ, ਜੋ ਆ ਸਨਾਤਨ ਮਤ ਦੇ ਧਰਮਾਂ ਵਿੱਚ ਲਿਖਿਆ ਹੋਇਆ ਹੈ। ਇੱਕ ਸਮੇਂ ਦੀ ਗੱਲ ਕਿ ਵਰਨ ਦੇਵਤੇ ਨੂੰ ਜੋ ਸੁੱਖਾਂ ਦੀ ਰਾਸ ਵਾਹਿਗੁਰੂ ਪਰਮੇਸ਼ਰ ਹੈ, ਉਹਨਾਂ ਵੱਲੋਂ ਚੰਗੀ ਜਿਹੜੀ ਆਕਾਸ਼ਬਾਣੀ ਹੋਈ, ਭਾਵ ਆਕਾਸ਼ ਵਿੱਚੋਂ ਹੀ ਆਵਾਜ਼ ਆਈ। ਨਾਨਕ ਪਾਸ ਹੁਲਾਸਾ ਸੋ। ਇਹ ਵਰਨ ਦੇਵਤਾ ਜੋ ਗੁਰੂ ਨਾਨਕ ਦੇਵ ਜੀ ਹੈ ਧਰਤੀ ਉੱਪਰ, ਉਹਨਾਂ ਦੇ ਪਾਸ ਬੜੇ ਆਨੰਦ ਖੁਸ਼ੀ ਨਾਲ ਪਠਵੋ ਤੁਮ ਜਾ ਸੋਰ ਦੇ ਸੁਖਦਾਨੀ। ਉਹਨਾਂ ਨੂੰ ਤੁਸੀਂ ਜਾ ਕੇ ਸਾਡਾ ਸੰਦੇਸ਼ਾ ਦੇ ਕੇ ਭੇਜੋ, ਤੇ ਜਿਹੜੇ ਵੀ ਆ ਹਿਰਦੇ ਵਿੱਚ ਬੜੇ ਸੁੱਖਾਂ ਦੇ ਦਾਨੀ ਹੈ, ਦੇਣ ਵਾਲੇ ਦਾਨ। ਕਾਨ ਸੁਣੀ ਮਨ ਮਾਨ ਗੁਨੀ। ਇਧਰੋਂ ਵਰਨ ਦੇਵਤੇ ਨੇ ਆਪਣੇ ਕੰਨ ਵਿੱਚ ਉਹ ਗੱਲ ਸਾਰੀ ਸੁਣੀ, ਵਾਹਿਗੁਰੂ ਪਰਮੇਸ਼ਰ ਦੀ ਮਨ ਵਿੱਚ ਮੰਨੀ ਹੈ ਤੇ ਵਿਚਾਰੀ ਹੈ। ਭਈ ਦੇਹ ਦੁਨੀ ਤਰ ਜਿਉ ਮਿਲ ਪਾਣੀ। ਜਿਸ ਤਰ੍ਹਾਂ ਕਿਸੇ ਰੁੱਖ ਨੂੰ ਪਾਣੀ ਮਿਲ ਜਾਵੇ ਤੇ ਉਹਦੀ ਦੇਹ ਦੂਣੀ ਚੌਣੀ ਹੋ ਜਾਂਦੀ, ਵੱਧ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਆਕਾਸ਼ਬਾਣੀ ਹੋਈ ਵੀ ਵਰਨ ਦੇਵਤਾ ਗੁਰੂ ਨਾਨਕ ਦੇਵ ਜੀ ਨੂੰ ਕਹਿ ਕਿ ਉਹ ਸਾਨੂੰ ਆ ਕੇ ਮਿਲਣ ਤੇ ਤੂੰ ਭੇਜ ਉਹਨਾਂ ਨੂੰ। ਇਹਨੇ ਜਦੋਂ ਇਵੇਂ ਸੁਣਿਆ, ਮਾਨੋ ਵੀ ਇਹ ਰੁੱਖ ਦੀ ਨਿਆਈ ਨੂੰ ਪਾਣੀ ਮਿਲ ਗਿਆ, ਉਹ ਬਚਨ ਰੂਪੀ, ਇਹ ਤੇ ਦੂਣਾ ਚੌਣਾ ਦੀ ਦੇਹ ਹੋ ਗਈ, ਵੱਧ ਗਿਆ, ਫੁੱਲ ਗਿਆ ਹੈ। ਦੇਹ ਧਰੀ ਕਰਤਾਰ ਹਰੀ। ਵਿਚਾਰਨ ਲੱਗਾ ਵੀ ਜੋ ਕਰਤਾਰ ਪਰਮੇਸ਼ਰ ਮਾਲਕ ਹਰੀ ਹੈ, ਉਸਨੇ ਗੁਰੂ ਨਾਨਕ ਸਾਹਿਬ ਜੀ ਦੀ ਦੇਹ ਧਰੀ ਹੋਈ ਹੈ। ਵਿਦ ਹੋਏ ਖਰੀ ਪਰਸੋਂ ਗਤ ਦਾਨੀ। ਆ ਤੇ ਚੰਗੀ ਵਿਧੀ ਹੋ ਗਈ ਹੈ, ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਦੇ ਮੈਂ ਤੇ ਹੁਣ ਚਰਨ ਪਰਸਾਂਗਾ, ਛੂਹਾਂਗਾ। ਵੇ ਮੈਂ ਆਏ ਨਿਵਾਸ ਕਰਾ। ਉਸੇ ਵੇਲੇ ਗੁਪਤ ਰੂਪ ਹੋ ਕੇ ਅਸੀਂ ਨੇ ਵੇਈ ਨਦੀ ਵਿੱਚ ਆ ਨਿਵਾਸ ਕੀਤਾ, ਵਿੱਚੇ ਲੀਨ ਹੋ ਗਿਆ ਪਾਣੀ 'ਚ। ਜਿਹ ਪਾਸ ਆਵਾਸ ਗੁਰੂ ਤਨ ਧਾਰੀ। ਜਿਸ ਵੇਈ ਨਦੀ ਦੇ ਕੋਲ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਸੁੰਦਰ ਜਿਹੜਾ ਘਰ ਬਣਾਇਆ ਹੋਇਆ ਸੀ, ਵਾਸਾ ਕੀਤਾ ਹੋਇਆ ਸੀ। ਆਨ ਇਸ਼ਨਾਨ ਕਰਾਂ ਜਿਹ ਥਾਨ। ਜਿਸ ਘਾਟ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਤਨੇਮ ਨਾਲ ਹੀ ਆ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰਦੇ ਸੀ। ਰਹਿਓ ਮਤਵਾਨ ਤਹਾਂ ਮਿਲਵਾਰੀ। ਇਹ ਬੁੱਧੀ ਵਾਲਾ ਵਰਨ ਦੇਵਤਾ ਉਸ ਪਾਣੀ ਵਿੱਚ ਮਿਲ ਕੇ ਤੇ ਉੱਥੇ ਟਿਕਿਆ ਰਿਹਾ ਅੰਦਰ। ਜਾਤ ਵੱਡੀ ਪ੍ਰਭਾਤ ਕੋ ਨਾਤ। ਪ੍ਰਭਾਤ ਕੋ ਨਾਤ। ਜਦੋਂ ਆ ਵੱਡੀ ਸਵੇਰ ਹੋ ਜਾਂਦੀ ਸੀ ਤੇ ਗੁਰੂ ਜੀ ਇਸ਼ਨਾਨ ਕਰਨ ਵਾਸਤੇ ਰੋਜ਼ ਹੀ ਜਾਂਦੇ ਸੀ। ਕਿਦੋਂ ਰਸ ਸਾਤ ਕਲੇਵਰ ਚਾਰੀ। ਵੱਡੀ ਸਵੇਰ ਭਾਵ ਅੰਮ੍ਰਿਤ ਵੇਲੇ 2:30 ਦੇ ਵਜੇ ਕਰੀਬ ਗੁਰੂ ਜੀ ਰੋਜ਼ਾਨਾ ਇਸ਼ਨਾਨ ਕਰਨ ਜਾਇਆ ਕਰਦੇ ਸੀ, ਅਥਵਾ ਵੀ ਜੋ ਸ਼ਾਂਤੀ ਰਸ ਹੈ ਉਸਨੇ ਸੋਹਣਾ ਸਰੂਪ ਧਾਰਨ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਬਾਸੁਰਤਾ ਇੱਕ ਦਾਸ ਹੈ ਪਾਸ। ਜਿਸ ਦਿਨ ਗੁਰੂ ਜੀ ਅੱਜ ਇਸ਼ਨਾਨ ਕਰਨ ਚੱਲੇ ਵੇਈ ਨਦੀ ਵਿੱਚ, ਉਸ ਦਿਨ
ਇੱਕ ਗੁਰੂ ਜੀ ਦੇ ਨਾਲ ਇੱਕ ਦਾਸ ਸੀ ਜਿਸ ਦਾ ਨਾਮ ਭਾਈ ਭਗੀਰਥ ਦੱਸਦੇ ਆ। ਕਈ ਜਿਹੜੇ ਪੜ੍ਹਦੇ ਪੁੱਢਦੇ ਨਹੀਂ ਹੈ ਆਪਣੇ ਕੋਲੋਂ ਭਾਈ ਮਰਦਾਨਾ ਜੀ ਦਾ ਕਹੀ ਜਾਂਦੇ ਆ, ਕੋਈ ਭਾਈ ਬਾਲਾ ਜੀ ਕਹਿ ਦਿੰਦਾ ਹੈ। ਭਾਈ ਮਰਦਾਨਾ ਜੀ ਤਾਂ ਉਸ ਵਕਤ ਤਲਵੰਡੀ ਨਗਰ ਵਿੱਚ ਸਨ ਅਤੇ ਇੱਥੇ ਭਾਈ ਮਰਦਾਨਾ ਜੀ ਕਿੱਥੋਂ ਆ ਗਏ। ਉਸ ਵਕਤ ਤੇ ਜਾਂ ਭਾਈ ਬਾਲਾ ਜੀ ਸਨ ਸੁਲਤਾਨਪੁਰ ਅਤੇ ਜਾਂ ਭਾਈ ਭਗੀਰਥ ਜੀ ਸਨ। ਉਹ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਭਾਈ ਭਗੀਰਥ ਜੀ ਉਸ ਦਿਨ ਨਾਲ ਸੀ। ਸੁਬਾਸ ਲਿਏ ਕਰੀ ਸੰਗ ਤਿਆਰੀ। ਗੁਰੂ ਜੀ ਜਦੋਂ ਇਸ਼ਨਾਨ ਕਰਕੇ ਦੂਸਰੇ ਵਸਤਰ ਬਦਲਦੇ ਉਹ ਕੱਪੜੇ ਨਾਲ ਲੈ ਲਏ ਹੈ ਤੇ ਤਿਆਰੀ ਕੀਤੀ ਨਾਲ ਜਾਣ ਦੀ ਭਾਈ ਭਗੀਰਥ ਨੇ। ਆਪਨ ਤੇ ਚੱਲ ਨਰ ਕੇ ਤੀਰ, ਆਪਨ ਤੇ ਚੱਲ ਨੀਰ ਕੇ ਤੀਰ। ਇਸ ਤਰ੍ਹਾਂ ਗੁਰੂ ਮਹਾਰਾਜ ਹਟ ਸਾਹਿਬ ਤੋਂ ਚੱਲੇ ਹੈ, ਚੱਲ ਕੇ ਤੇ ਨਦੀ ਵੇਈ ਦੇ ਕਿਨਾਰੇ। ਪੈ ਦੰਤਨ ਧਾਵਨ ਅਨਕਾਰੀ, ਵੇਖ ਕੇ ਪੜ ਦੰਤਨ ਧਾਵਨ ਅਨਕਰੀ ਆਨ ਕਰੀ। ਕਿਨਾਰੇ ਉੱਪਰ ਆ ਕੇ ਮਹਾਰਾਜ ਜੀ ਨੇ ਦਾਤਨ ਕੀਤੀ ਹੈ। ਉਹ ਦਾਤਨ ਜਿਹੜੀ ਕੀਤੀ ਹੈ ਬੇਰੀ ਦੇ ਰੁੱਖ ਦੀ। ਗਾਡ ਦਈ ਤਰ ਹੋਤ ਭਇਓ ਤਰ। ਗੁਰੂ ਜੀ ਨੇ ਉਹ ਦਾਤਨ ਬੇਰੀ ਦੀ ਜਿਹੜੀ ਕਰਕੇ ਧਰਤੀ ਵਿੱਚ ਗੱਡ ਦਿੱਤੀ ਹੈ ਤੇ ਬੜਾ ਸੋਹਣਾ ਤਗੜਾ ਬੇਰੀ ਦਾ ਰੁੱਖ ਹੋਇਆ ਹੈ। ਅਬ ਲੋ ਬਰ ਸੋ ਬਦਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਜੋ ਗੁਰੂ ਜੀ ਨੇ ਦਾਤਨ ਕਰਕੇ ਧਰਤੀ ਵਿੱਚ ਗੱਡੀ ਸੀ ਨਾ ਬੇਰੀ ਦੇ ਰੁੱਖ ਦੀ, ਉਹ ਸ੍ਰੇਸ਼ਟ ਬੇਰੀ ਦਾ ਰੁੱਖ ਹੁਣ ਤੱਕ ਹੈ। ਅਤੇ ਉਹ ਹੈ ਵੀ ਜਿਹੜਾ ਸੁਲਤਾਨਪੁਰ ਜਿਹੜੀਆਂ ਸੰਗਤਾਂ ਗਈਆਂ ਉਹਨਾਂ ਵੇਖਿਆ ਹੈ ਵੀ ਗੁਰੂ ਜੀ ਨੇ ਜਿਹੜੀ ਦਾਤਨ ਕਰਕੇ ਧਰਤੀ 'ਚ ਗੱਡੀ ਸੀ ਉਹ ਬੇਰੀ ਦਾ ਰੁੱਖ ਬੜਾ ਤਗੜਾ ਹੋਇਆ ਹੈ ਸੁਲਤਾਨਪੁਰ ਦੇ ਵਿੱਚ। ਅਤੇ ਸ੍ਰੀ ਬੇਰ ਸਾਹਿਬ ਗੁਰਦੁਆਰੇ ਸਾਹਿਬ ਦਾ ਨਾਮ ਹੈ। ਅਤੇ ਗੁਰੂ ਦੀਆਂ ਸੰਗਤਾਂ ਕਈ ਉੱਥੋਂ ਇਵੇਂ ਬਖਸ਼ਿਸ਼ ਵਜੋਂ ਜਿਹੜੇ ਬੇਰ ਲੈ ਕੇ ਆਉਂਦੀਆਂ ਹਨ। ਭਾਈ ਸੰਤੋਖ ਸਿੰਘ ਜੀ ਉਹੀ ਲਿਖ ਰਹੇ ਹੈ ਵੀ ਉੱਥੇ ਜਿਹੜਾ ਸ੍ਰੇਸ਼ਟ ਬੜਾ ਬੇਰੀ ਦਾ ਰੁੱਖ ਹੁਣ ਤੱਕ ਮੌਜੂਦ ਹੈ। ਆਨਨ ਆਰਨ ਜਾਤ ਪਖਾਰਤ। ਫਿਰ ਗੁਰੂ ਮਹਾਰਾਜ ਨੇ ਸੋਹਣਾ ਜਿਹੜਾ ਕਵਲ ਵਰਗਾ ਮੁੱਖ ਹੈ ਉਸ ਨੂੰ ਧੋਣਾ ਕੀਤਾ। ਦਾਤ ਜਿਉਂ ਹੀਰਨ ਪਾਂਤ ਖਰੀ। ਗੁਰੂ ਜੀ ਦੇ ਜਿਹੜੇ ਦੰਦ ਉਹ ਤੇ ਇਵੇਂ ਜਿਵੇਂ ਹੀਰਿਆਂ ਦੀਆਂ ਪੰਕਤੀਆਂ ਹੋਣ ਬੜੀਆਂ ਚੰਗੀਆਂ। ਖਾਂਡ ਹੋਵੇ ਤੀਰ ਦਇਓ ਪਦ ਨੀਰ। ਖੜੇ ਹੋ ਕੇ ਗੁਰੂ ਜੀ ਨੇ ਵੇਈ ਨਦੀ ਦੇ ਕਿਨਾਰੇ ਵਿੱਚ ਆਪਣੇ ਜਿਹੜੇ ਚਰਨ ਉਹ ਦਿੱਤੇ ਹੈ, ਭਾਵ ਆਪਣੇ ਚਰਨ ਪਾਏ ਨਦੀ ਵਿੱਚ। ਗਏ ਮਦ ਧੀਰ ਅਧੀਰ ਕਰੀ। ਜੋ ਅਧੀਰਤਾ ਜਿਹੜੀ ਹੁੰਦੀ ਹੈ ਬੇਹੌਸਲਾ, ਜਿਹੜੇ ਬੇਹੌਸਲਿਆਂ ਨੂੰ ਹੌਸਲਿਆਂ ਵਾਲੇ ਕਰ ਦੇਣ ਵਾਲੇ ਮਹਾਰਾਜ, ਅਧੀਰਜਤਾ ਨੂੰ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਇਵੇਂ ਵੇਈ ਨਦੀ ਵਿਚਕਾਰ ਗਏ ਹੈ ਬਾਅਦ ਵਿੱਚ। ਬਾਰ ਵਿਖੇ ਇੱਕ ਬਾਰ ਕੀਓ ਬਪ। ਇੱਕੇ ਵਾਰ ਹੀ ਜਿਹੜਾ ਸਰੀਰ ਨਾ ਆਪਣਾ ਪਾਣੀ ਵਿੱਚ ਕੀਤਾ, ਯਾਨੀ ਟੁੱਬੀ ਲਾਈ ਮਹਾਰਾਜ ਜੀ ਨੇ। ਆਨ ਖਰਾ ਪਤ ਬਾਰ ਅਗਾਰੀ। ਇੰਨੇ ਨੂੰ ਜਿਹੜਾ ਪਤੀ ਹੈ ਪਾਣੀ ਦਾ 999 ਨਦੀਆਂ ਸਮੁੰਦਰਾਂ ਦਾ ਮਾਲਕ ਵਰਣ ਦੇਵਤਾ ਉਹ ਆਣ ਖੜਾ ਹੋ ਗਿਆ ਗੁਰੂ ਜੀ ਦੇ। ਆਨੰਦ ਕੰਦ ਪਦੰ ਅਰਬਿੰਦ। ਗੁਰੂ ਜੀ ਦੇ ਚਰਨਾਂ ਸਾਹਮਣੇ ਆ ਕੇ ਖੜਾ ਹੋ ਗਿਆ। ਆਨੰਦ ਦੇ ਦਾਤੇ ਗੁਰੂ ਜੀ ਦੇ ਚਰਨ ਕਵਲ ਪਰਸੇ ਹੈ ਇਸਨੇ। ਦੋ ਕਰ ਬੰਦ ਹੈ ਬੰਧਨ ਧਾਰੀ। ਦੋਵੇਂ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ ਪਾਣੀ ਦੇ ਵਿੱਚ ਹੀ। ਲੋਚਨ ਗੋਚਰ ਸੋਚ ਵਿਮੋਚਨ। ਜਿਹੜੀਆਂ ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਤੇ ਨੇਤਰਾਂ ਦੇ ਸਾਹਮਣੇ। ਰੂਪ ਬਿਲੋਕਤ ਭਾ ਸੁਖ ਭਾਰੀ। ਸਤਿਗੁਰ ਜੀ ਦਾ ਸੋਹਣਾ ਸਰੂਪ ਦੇਖ ਰਿਹਾ ਤੇ ਭਾਰੀ ਸੁਖ ਹੋ ਰਿਹਾ ਵਰਨ ਦੇਵਤੇ ਨੂੰ। ਬੋਲਕ ਬੋਲਨ ਬੋਲਤ ਭਾ। ਫਿਰ ਗੱਲਾਂ ਵਿੱਚੋਂ ਬਚਨ ਜੇ ਕੱਢ ਕੇ ਇਹ ਬੋਲਿਆ ਵਰਨ ਦੇਵਤਾ। ਹਰਖਾਤ ਤੋਲਤ ਹੋਵੇ ਬਲਹਾਰੀ। ਬਹੁਤ ਖੁਸ਼ ਹੋ ਰਿਹਾ ਤੇ ਬਲਹਾਰ ਜਾ ਰਿਹਾ, ਸਦਕੇ ਜਾ ਰਿਹਾ ਮਹਾਰਾਜ ਜੀ ਤੋਂ। ਬਾਣੀ ਆਕਾਸ਼ ਭਈ ਸੁਖ ਰਾਸ ਕੀ। ਕਹਿਣ ਲੱਗਾ ਮਹਾਰਾਜ ਜੋ ਸੁੱਖਾਂ ਦੀ ਰਾਸ ਆਨੰਦ ਸਰੂਪ ਪਰਮ ਪਿਤਾ ਪਰਮੇਸ਼ਰ ਹੈ
ਉਹਨਾਂ ਵੱਲੋਂ ਐਵੇਂ ਮੈਨੂੰ ਆਕਾਸ਼ ਬਾਣੀ ਹੋਈ, ਆਕਾਸ਼ ਦੇ ਰਾਹੀਂ ਮੈਨੂੰ ਬਚਨ ਹੋਏ ਐ। ਜਾਵਹ ਪਾਸ ਬੈ ਕਰਤਾਰਾ। ਉਹ ਬਚਨ ਹੋਏ ਸੀ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸਾਡੇ ਪਾਸ ਭੇਜੋ। ਇਸ ਕਰਕੇ ਹੇ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ, ਉਸ ਕਰਤਾਰ ਪਰਮਾਤਮਾ ਦੇ ਪਾਸ ਤੁਸੀਂ ਚਲੇ ਜਾਓ। ਸ੍ਰੀ ਸੱਚ ਖੰਡ ਅਖੰਡ ਸਦਾ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਸੋਭਾ ਵਾਲਾ ਜੋ ਸੱਚਖੰਡ ਤੇ ਅਟੁੱਟ ਸਦਾ ਅਖੰਡ ਸੁਖ ਹੈ, ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ, ਜਿੱਥੇ ਨਾ ਗਾਮੈ ਨਾ ਫਿਕਰ, ਨਾ ਦੁੱਖ ਨਾ ਸੋਗ, ਨਾ ਗਮੀ ਫਿਕਰ ਹੈ। ਭਵ ਮੁੰਡਨ ਬਾਸ ਜਹਾਂ ਸੁਖ ਭਾਰਾ। ਸੰਸਾਰ ਨੂੰ ਸਵਾਰਨ ਵਾਲੇ ਤੇ ਭਾਰੀ ਸੁੱਖਾਂ ਵਾਲੇ ਪਰਮੇਸ਼ਰ ਦਾ ਜਿੱਥੇ ਵਾਸ ਹੈ ਮਹਾਰਾਜ ਜੀ। ਜਿਉ ਸੁਨ ਸ੍ਰੀ ਗੁਰ ਬੈਨ ਭਨੇ। ਇਉਂ ਸੁਣ ਕੇ ਸੋਭਾ ਵਾਲੇ ਮੁਖ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ। ਸੁਧ ਯਾ ਬਿਦ ਕੀ ਉਰ ਮੈਂ ਵਰਤਾਰਾ। ਵੀ ਵਰਨ ਦੇਵਤਾ ਜੀ ਤੇ ਸਾਡੇ ਇਸ ਤਰ੍ਹਾਂ ਦੇ ਜਿਹੜੀ ਖਬਰ ਹੈ ਨਾ, ਸੋਝੀ ਖਬਰ ਸਾਰ, ਉਹਦੇ ਸਾਡੇ ਹਿਰਦੇ ਵਿੱਚ ਪਹਿਲਾਂ ਹੀ ਵਰਤਾਰਾ ਵਰਤ ਰਿਹਾ ਸੀ। ਸਾਨੂੰ ਪਤਾ ਹੀ ਸੀ ਵੀ ਉਹ ਸੱਚਖੰਡ ਵਿੱਚ ਸਾਨੂੰ ਬੁਲਾਵਾ ਆਉਣੀ ਵਾਲਾ ਹੈ। ਭੂਪਨ ਭੂਪਤ ਜੋਤ ਸਰੂਪ। ਇਹ ਸਵਰਨ ਜੋ ਪਰਮੇਸ਼ਰ ਆ ਰਾਜਿਆਂ ਦਾ ਰਾਜਾ ਹੈ ਤੇ ਮਹਾਨ ਛੇ ਜੋਤੀਆਂ ਦਾ ਮਾਲਕ, ਵੱਡੀ ਜੋਤ ਵਾਲਾ ਸਰੂਪ ਵਾਲਾ ਹੈ। ਅਨੂਪ ਪੈ ਜਾਏ ਹਉ ਹੀਨ ਅਵਾਰਾ। ਉਸ ਅਨੂਪਮ ਪਰਮੇਸ਼ਰ ਦੇ ਕੋਲ, ਅਨੋਖੇ ਸੁੰਦਰ ਪਰਮੇਸ਼ਰ ਕੋਲ ਤੇ ਅਸੀਂ ਤੇ ਬਿਨਾਂ ਦੇਰੀ ਤੋਂ ਜਿਹੜਾ ਜਾਵਾਂਗੇ। ਯੋਂ ਕਹਿ ਬੈਨ ਗਏ ਗਤ ਦੈਨ। ਬਿਨਾਂ ਦੇਰੀ ਤੋਂ ਮੈਂ ਹੁਣੇ ਜਾ ਰਿਹਾ ਹਾਂ। ਇਉਂ ਕਹਿ ਕੇ ਗੁਰੂ ਮਹਾਰਾਜ ਮੁਕਤੀ ਦਾਤੇ ਉਸੇ ਵੇਲੇ ਚਲੇ ਗਏ। ਗੁਰੂ ਗੁਣ ਐਨ ਜਹਾਂ ਦਰਬਾਰਾ। ਗੁਰੂ ਨਾਨਕ ਦੇਵ ਮਹਾਰਾਜ ਜੋ ਗੁਣਾਂ ਦਾ ਘਰ ਹੈ ਤੇ ਜੋ ਗੁਣਾਂ ਦਾ ਘਰ ਹੀ ਪਰਮੇਸ਼ਰ ਹੈ, ਉਸ ਦਾ ਜਿੱਥੇ ਦਰਬਾਰ ਹੈ ਸੱਚਖੰਡ ਵਸੈ ਨਿਰੰਕਾਰ। ਦਾਸ ਸੁਬਾਸ ਲਿਏ ਕਰ ਆਸ। ਇਸ ਤਰ੍ਹਾਂ ਗੁਰੂ ਜੀ ਖਿੰਨ ਮਾਤਰ ਸਮੇਂ ਵਿੱਚ ਚਲੇ ਗਏ ਸੀ। ਤੇ ਸਾਧ ਸੰਗਤ ਜੀ, ਅੱਜ ਕੱਲ੍ਹ ਦੇ ਜਿਹੜੇ ਕੱਚੇ ਪਿੱਲੇ ਪ੍ਰੋਫੈਸਰ ਲੋਕ ਹੈ, ਉਹ ਖੋਜਾਂ ਕਰਦੇ ਹੈ ਤੇ ਸੰਤਾਂ ਦੇ ਬਚਨਾਂ ਦੀ ਟਿੱਪਣੀਆਂ ਕਰਦੇ ਹੈ। ਸੰਤ ਮਸਕੀਨ ਸਿੰਘ ਜੀ ਜੋ ਮਹਾਨ ਕਰਨੀ ਵਾਲੇ ਸਨ, ਉਹਨਾਂ ਨੇ ਇਵੇਂ ਕਥਾ ਵਿੱਚ ਗੁਰਬਾਣੀ ਦੇ ਆਧਾਰ 'ਤੇ ਬਚਨ ਕਹੇ ਹੈ ਹਰ ਵਕਤ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਉਹ ਖਿੰਨ ਮਾਤਰ ਵਿੱਚ ਹੀ ਕਦੀ ਇੱਥੇ ਤੇ ਕਦੀ ਉਹ ਕਿਤੇ ਹੁੰਦੇ ਹੈ, ਕਦੀ ਉਹ ਪਤਾਲਾਂ ਵਿੱਚ ਕਦੀ ਆਕਾਸ਼ਾਂ ਵਿੱਚ ਹੁੰਦੇ। ਅਤੇ ਹੁਣ ਦਾ ਕੋਈ ਪ੍ਰੋਫੈਸਰ ਹੈ, ਉਹਨਾਂ ਦੇ ਸਮੇਂ ਦਾ ਸੀ, ਅਤੇ ਉਹਦੀ ਗੱਲ ਨੂੰ ਲੋਕ ਦਿੰਦੇ ਹੈ ਹਵਾਲਾ, ਕਹਿੰਦੇ ਵੀ ਮਸਕੀਨ ਜੀ ਦੇ ਨਿਰਾ ਝੂਠ ਹੀ ਮਾਰਦੇ ਸਨ ਵੀ ਇੱਦਾਂ ਕਿੱਦਾਂ ਹੋ ਜੂ ਵੀ ਇੱਥੇ ਤੇ ਉੱਥੇ ਚੱਲ ਜਾਣਗੇ। ਅਤੇ ਹੁਣ ਮਹਾਂਪੁਰਖਾਂ ਨੇ ਤੇ ਇਹ ਕਿਹਾ ਵੀ ਜਿਨ੍ਹਾਂ ਦੀ ਕਮਾਈ ਹੈ ਉਹ ਪਹੁੰਚ ਜਾਂਦੇ ਹੈ। ਅਤੇ ਹੁਣ ਉਹਨਾਂ ਨੂੰ ਕੋਈ ਪੁੱਛਣ ਵਾਲਾ ਆਵੇ ਤਾਂ ਇੱਥੇ ਫੜ ਕੇ ਲਿਆਵੇ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਖਿੰਨ ਮਾਤਾ ਜੀ ਸੱਚਖੰਡ ਵਿੱਚ ਚਲੇ ਗਏ, ਵੀ ਇਹ ਕਿਵੇਂ ਚਲੇ ਗਏ? ਜਿਨ੍ਹਾਂ 'ਚ ਸ਼ਕਤੀਆਂ ਅਜ਼ਮਤਾਂ ਉਹ ਚਲੇ ਜਾਂਦੇ ਹਨ ਅਤੇ ਟਿੱਪਣੀ ਕਰਨ ਵਾਲੇ ਕਰ ਦਿੰਦੇ ਆ ਵੀ ਇਹ ਕਿਤੇ ਹੋ ਨਹੀਂ ਸਕਦਾ। ਹੁਣ ਇਹ ਥੋੜ੍ਹੀ ਵੀ ਸਾਧ ਸੰਗਤ ਜੀ, ਜੇ ਸਾਡੇ ਪੱਲੇ ਕੁਝ ਨਹੀਂ ਤੇ ਸਾਰਿਆਂ ਦੇ ਪੱਲੇ ਕੁਝ ਨਹੀਂ ਹੈ। ਜਿਨ੍ਹਾਂ ਨੂੰ ਗੁਰੂ ਦਾ ਦਰਸ਼ਨ, ਗੁਰੂ ਦੀਆਂ ਸ਼ਕਤੀਆਂ ਅਜ਼ਮਤਾਂ ਮਿਲਦੀਆਂ ਉਹ ਵਰਤਦੇ ਹੈ। ਹੁਣ ਅਸੀਂ ਖਾਲੀ ਭਾਂਡੇ ਆ ਅਤੇ ਸਾਰੇ ਥੋੜ੍ਹੀ ਖਾਲੀ ਭਾਂਡੇ ਹੁੰਦੇ ਹੈ। ਕਮਾਈ ਅਸੀਂ ਕੋਈ ਕਰਨੀ ਨਹੀਂ ਹੈ, ਕਿਤਾਬਾਂ ਅਸੀਂ ਪੜ੍ਹੀ ਜਾਣੀਆਂ ਫੋਕੀਆਂ, ਅਤੇ ਪਾਠ ਸਿਮਰਨ ਕੋਈ ਸੇਵਾ ਅਸੀਂ ਕਰਨੀ ਨਹੀਂ, ਅਤੇ ਸ਼ਕਤੀ ਕਿੱਥੋਂ ਆ ਜੇ ਅਤੇ ਮੰਨੀਏ ਵੀ ਕਿੱਥੋਂ? ਅਤੇ ਜਿਹੜੇ ਹੁਣ ਮੰਨਦੇ ਆ ਉਹਨਾਂ ਨੂੰ ਸਰੋਵਰਾਂ 'ਚ ਵੀ ਠੀਕ ਹੁੰਦੇ ਆ। ਜਿਹੜੇ ਮੰਨਦੇ ਉਹ ਗੁਰਬਾਣੀ ਸੁਣ ਕੇ, ਕਥਾ ਸੁਣ ਕੇ ਉੱਦਾਂ ਹੀ ਠੀਕ ਹੋ ਜਾਂਦੇ ਆ। ਜਿਹੜੇ ਨਹੀਂ ਮੰਨਦੇ ਉਹ ਭਾਵੇਂ ਖੰਡ ਪਾਠ ਕਰਾਉਣ, ਨਹੀਂ ਠੀਕ ਹੋ ਸਕਦੇ। ਜਦੋਂ ਸ਼ਰਧਾ ਹੀ ਨਹੀਂ ਹੈ ਤਾਂ ਠੀਕ ਕਿੱਥੋਂ ਹੋਣਾ ਹੈ? ਜਦੋਂ ਮਨ 'ਚ ਗੱਲ ਹੀ ਆਪਣੀ ਸਿਆਣਪ ਦੀ ਵੜੀ ਹੋਈ ਹੈ। ਜੋ ਮਹਾਂਪੁਰਖ ਕਹਿੰਦੇ ਉਹ ਬਿਲਕੁਲ ਸੱਚ ਕਹਿੰਦੇ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਹੁਣ 18 ਸਿੱਧੀਆਂ ਤਾਂ ਇਹੀ ਹੈ ਵੀ ਕਦੀ ਬਰੀਕ ਹੋ ਜਾਣਾ, ਇੰਨਾ ਬਰੀਕ ਵੀ ਦਿਖਣਾ ਹੀ ਨਾ, ਕਦੀ ਕਿਸੇ ਦੇ ਸਰੀਰ 'ਚ ਵੜ ਜਾਣਾ, ਕਦੀ ਇੱਥੇ ਬੈਠਿਆਂ ਹੀ ਆਹ ਕੈਨੇਡਾ ਅਮਰੀਕਾ ਦੀਆਂ ਗੱਲਾਂ ਸੁਣ ਲੈਣੀਆਂ ਬੈਠਿਆਂ ਬੈਠਿਆਂ ਹੀ। ਇਹ ਨਹੀਂ ਮੋਬਾਇਲ ਦੇ ਨਾਲ, ਇਹ ਤਾਂ ਅੱਜ ਕੱਲ੍ਹ ਦਾ ਜੰਤਰ ਹੈ। ਉਹ ਸੰਤਾਂ ਨੂੰ ਸਾਰੀ ਸੋਝੀ ਹੁੰਦੀ 18 ਸਿੱਧੀਆਂ
ਰਿੱਧੀਆਂ ਜਿਨ੍ਹਾਂ ਕੋ ਪ੍ਰਾਪਤ ਹੈ। ਅਸੀਂ ਹੁਣ ਕਮਾਈ ਕੋਈ ਕਰਦੇ ਨਹੀਂ। ਗੁਰੂ ਜੀ ਤੇ ਕਹਿ ਰਹੇ ਆ ਵੀ ਜੋ ਹਰ ਹਿਰਦੈ ਸਦਾ ਵਸਾਏ। ਸਾਡੇ ਹਿਰਦੇ ਵਿੱਚ ਨਾਮ ਤੇ ਕੋਈ ਵਸਿਆ ਨਹੀਂ ਤੇ ਸਿੱਧੀਆਂ ਰਿੱਧੀਆਂ ਕਿੱਥੋਂ ਪ੍ਰਾਪਤ ਹੋਣ। ਤੇ ਕਹਿੰਦੇ ਅਸੀਂ ਕਹਿ ਦਿੰਦੇ ਵੀ ਹੈ ਹੀ ਨਹੀਂ, ਵਿਖਾਓ ਜੇ ਹੈਗੀਆਂ। ਤੇ ਹੁਣ ਗੁਰੂ ਜੀ ਕਹਿੰਦੇ ਰੋਜ਼ਾਨਾ ਹੀ ਸੱਚਖੰਡ ਵਸੈ ਨਿਰੰਕਾਰ। ਤੇ ਹੁਣ ਅਸੀਂ ਸੱਚਖੰਡ ਤੇ ਅਸੀਂ ਕਿਸੇ ਨੇ ਵੇਖਿਆ ਨਹੀਂ ਹੈ ਤੇ ਅਸੀਂ ਕਹਿ ਦੇਵਾਂਗੇ ਵੀ ਸੱਚਖੰਡ ਵੀ ਹੈ ਨਹੀਂ, ਵੇਖਿਆ ਤੇ ਹੈ ਨਹੀਂ, ਕੀ ਕਰੀਏ। ਗੁਰੂ ਮਹਾਰਾਜ ਜਦੋਂ ਕਹਿ ਰਹੇ ਹੈ ਤੇ ਉਹ ਚੀਜ਼ਾਂ ਹੈ। ਗੱਲ ਤੇ ਵਿਚਲੀ ਹੈ ਵੀ ਸਾਨੂੰ ਕੁਝ ਨਹੀਂ ਦਿਖਦਾ, ਕਿਉਂਕਿ ਅਸੀਂ ਅੱਖਾਂ ਖੋਲੀਆਂ ਤੇ ਵੀ ਅੰਨੇ ਆ ਤੇ ਬੰਦ ਤੇ ਵੀ ਅੰਨੇ ਆ। ਤੇ ਕਈ ਅਸੀਂ ਦੂਜਿਆਂ ਨੂੰ ਜਾਣਦੇ ਹਾਂ। ਅਸੀਂ ਕਹਿੰਦੇ ਉਹਨਾਂ ਨੂੰ ਜੋ ਸੇਵੈ ਦਰ ਖੜੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ। ਅਸੀਂ ਉਹਨਾਂ ਦੀਆਂ ਰੀਸਾਂ ਕਰਦੇ ਜਿਹੜੇ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ 24 ਘੰਟੇ ਲੱਗੇ ਹੋਏ ਆ। ਉਹਨਾਂ ਦੀਆਂ ਰੀਸਾਂ ਅਸੀਂ ਕਰਦੇ ਹਾਂ। ਜਿਨ੍ਹਾਂ ਨੇ ਇੱਕ ਪਾਠ ਕਰ ਲਿਆ ਤੇ ਪਤਾ ਨਹੀਂ ਮੁੜ ਕੇ ਕਿੱਥੇ ਪਏ ਰਹਿਣਾ ਸਾਰਾ ਦਿਨ। ਜੇ ਇੱਕ ਵਾਰ ਸੇਵਾ ਕਰ ਲਈ ਤੇ ਪਤਾ ਨਹੀਂ ਕਿੰਨੇ ਦਿਨ ਹੀ ਲੰਘ ਜਾਣੇ ਆ। ਜਾਂ ਕੋਈ ਸੁਖਣਾ ਸੁੱਖ ਲਈ ਤੇ ਕੋਈ 10 ਦਿਨ ਲਾ ਲਏ ਤੇ ਰੀਸਾਂ ਕਰਨੀਆਂ ਮਹਾਤਮਾ ਦੀਆਂ। ਇਹ ਸਾਡੀ ਭੁੱਲ ਹੈ ਤੇ ਲੋਕਾਂ ਨੂੰ ਬੜਾ ਅਸਰ ਹੁੰਦਾ। ਲੋਕ ਕਮੈਂਟ ਨਹੀਂ ਮਾਰਦੇ, ਹਾਂਜੀ ਪ੍ਰੋਫੈਸਰ ਸਾਹਿਬ ਜੀ ਤੁਸੀਂ ਸਾਡੀਆਂ ਅੱਖਾਂ ਹੀ ਖੋਲ੍ਹ ਦਿੱਤੀਆਂ, ਇਹਨਾਂ ਪਖੰਡੀ ਸਾਧਾਂ ਨੇ ਸਾਨੂੰ ਲੁੱਟ ਹੀ ਲਿਆ ਹੈ। ਫਿਰ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਹੈ। ਪਖੰਡੀ ਤੇ ਅਸੀਂ ਆਪ ਹਾਂ, ਕਈ ਸੰਤਾਂ ਮਹੰਤਾਂ ਨੂੰ ਜਾਣਦੇ ਹਾਂ। ਜਿਨ੍ਹਾਂ ਦੀ ਕਮਾਈ ਹੈ ਉਹਨਾਂ ਦੇ ਬਚਨ ਵਿੱਚ ਹੀ ਤੋਲ ਹੁੰਦਾ ਹੈ, ਉਹਨਾਂ ਦਾ ਬਚਨ ਭਾਰੀ ਹੁੰਦਾ ਹੈ। ਤੇ ਉਹ ਸੰਤ ਮਸਕੀਨ ਸਿੰਘ ਜੀ ਜੋ ਪੰਥ ਰਤਨ ਸਨ, ਉਹਨਾਂ ਨੇ ਆਪਣੇ ਕੋਲੋਂ ਤਾਂ ਕੋਈ ਬਚਨ ਨਹੀਂ ਕਿਹਾ। ਜੋ ਗੁਰਬਾਣੀ 'ਚ ਹੈ ਉਹਦੇ ਆਧਾਰ 'ਤੇ ਕਥਾ ਕਰਦੇ ਹੈ ਤੇ ਆਪਾਂ ਕਿਵੇਂ ਟਿੱਪਣੀ ਕਰ ਸਕਦੇ ਹਾਂ। ਇੱਥੇ ਆ ਪ੍ਰਸੰਗ 'ਚ ਵੇਖ ਲਓ, ਸਿੱਧਾ ਹੀ ਉਹ ਸਾਨੂੰ ਪ੍ਰਗਟ ਹੀ ਹੋ ਕੇ ਦਿਸ ਰਿਹਾ ਵੀ ਮਹਾਰਾਜ ਜੀ ਨੇ ਇੰਨਾ ਹੀ ਕਿਹਾ ਵੀ ਅਸੀਂ ਬਿਨਾਂ ਦੇਰੀ ਤੋਂ ਜਾਂਦੇ ਹਾਂ ਤੇ ਸੱਚਖੰਡ ਪਰਮੇਸ਼ਰ ਦੇ ਦਰਬਾਰ ਵਿੱਚ ਆਪਣੇ ਨਿੱਜੀ ਸਰੂਪ ਘਰ ਵਿੱਚ ਗੁਰੂ ਜੀ ਉਸੇ ਵੇਲੇ ਚਲੇ ਗਏ ਹਨ। ਨਿਰਾਸ ਭਇਆ ਪਛਤਾਸ ਵਿਚਾਰਾ। ਦਾਸ ਸੋ ਬਾਸ। ਇੱਧਰ ਜਿਹੜਾ ਦਾਸ ਭਾਈ ਭਗੀਰਥ ਸੀ ਉਹ ਕੱਪੜੇ ਲੈ ਕੇ ਤੇ ਬੈਠਾ ਹੋਇਆ ਸੀ ਨਦੀ ਕਿਨਾਰੇ। ਕਾਲ ਭਇਓ ਬਹੁ ਨਿਰਾਸ ਭਇਆ ਪਛਤਾਸ ਵਿਚਾਰਾ। ਭਾਈ ਭਗੀਰਥ ਤੇ ਉਹ ਕੱਪੜੇ ਲੈ ਕੇ ਬੈਠਾ ਸੀ, ਪਰ ਮਹਾਰਾਜ ਬਾਹਰ ਹੀ ਨਹੀਂ ਆਏ। ਵਿਚਾਰਾ ਬੜਾ ਨਿਰਾਸ਼ ਹੋ ਗਿਆ, ਪਛਤਾਉਂਦਾ ਹੈ, ਵਿਚਾਰਦਾ ਹੈ ਵੀ ਗੁਰੂ ਜੀ ਕਦੇ ਦੇ ਗਏ ਇਸ਼ਨਾਨ ਕਰਨ, ਬਾਹਰ ਨਹੀਂ ਆਏ, ਕਿਤੇ ਡੁੱਬ ਤੇ ਨਹੀਂ ਗਏ। ਕਾਲ ਭਇਓ ਬਹੁ ਬੀਜ ਗਿਲਾਲ ਕੇ। ਵੀ ਮਹਾਰਾਜ ਜੀ ਨੂੰ ਇਸ਼ਨਾਨ ਕਰਨ ਗਿਆ ਹੋਇਆ ਪਾਣੀ ਦੇ ਵਿੱਚ ਆ ਕਿੰਨਾ ਹੀ ਸਮਾਂ ਬੀਤ ਗਿਆ ਹੈ। ਆਨੰਦ ਦਿਆਲ ਨਾ ਕੂਲ ਸੰਭਾਰਾ। ਵੀ ਦਿਆਲੂ ਕਿਰਪਾਲੂ ਗੁਰੂ ਮਹਾਰਾਜ ਨਦੀ ਵਿੱਚ ਤੇ ਚਲੇ ਗਏ ਹੈ, ਮੁੜ ਆਣ ਕੇ ਆ ਕਿਨਾਰਾ ਸੰਭਾਲਿਆ ਹੀ ਨਹੀਂ, ਬਾਹਰ ਹੀ ਨਹੀਂ ਆਏ। ਹੋ ਬਿਸਮਾਦ ਤਰਾ ਦਰਤ ਪਾਦ। ਦਰੁਤ ਪਾਦ ਬੜਾ ਹੈ ਹੈਰਾਨੀ ਜੀ ਧਾਰਦਾ ਹੈ ਤੇ ਆਪਣੇ ਜਿਹੜੇ ਚਰਨ ਹੈ ਬੜੀ ਛੇਤੀ ਬਿਨਾ ਹਲਾਦ ਗਇਓ ਮਨ ਮਾਰਾ। ਬਿਨਾ ਦੇਰੀ ਤੋਂ ਤੇ ਬਹੁਤ ਸਾਧ ਸੰਗਤ ਜੀ ਉਦਾਸ ਜਿਹਾ ਹੋ ਕੇ ਮੋਏ ਜੇ ਮਨ ਨਾਲ ਮਨ ਨੂੰ ਮਰਿਆ ਜਾ ਸਮਝ ਕੇ ਛੇਤੀ ਜਾ ਰਿਹਾ ਭਾਈ ਭਗੀਰਥ। ਹੈ ਪਟ ਪਾਨ ਹਿਰਦੈ ਅਕੁਲਾਨਾ। ਹੱਥਾਂ ਵਿੱਚ ਗੁਰੂ ਜੀ ਦੇ ਵਸਤਰ ਫੜੇ ਹੋਏ ਐ ਤੇ ਹਿਰਦੇ ਵਿੱਚ ਬੜਾ ਘਾਬਰਿਆ ਹੋਇਆ ਭਾਈ ਭਗੀਰਥ। ਸੋ ਦੌਲਤ ਖਾਨ ਕੋ ਪਾਉਨ ਤਯੋ। ਜੋ ਨਵਾਬ ਦੌਲਤ ਖਾਂ ਉਹਦੇ ਘਰ ਹੀ ਸਿੱਧਾ ਹੀ ਚਲਾ ਗਿਆ ਛੇਤੀ ਨਾਲ। ਨੀਰ ਬਹੀਨ ਪਠੀਨ ਅਧੀਨ। ਜਿਵੇਂ ਕਹਿੰਦੇ ਆ ਮੱਛੀ ਪਾਣੀ ਤੋਂ ਬਿਨਾ ਹੋ ਜੇ ਬੜੀ ਅਧੀਨ ਹੋ ਜਾਂਦੀ, ਵਿਚਾਰੀ ਮਰਨ ਵਾਲੀ ਹੋ ਜਾਂਦੀ, ਐਵੇਂ ਅਧੀਨ ਹੋ ਰਿਹਾ ਭਾਈ ਭਗੀਰਥ। ਤਿਉ ਜੀਨ ਸਭ ਨਰ ਬੂਝ ਕਿਓ। ਐਵੇਂ ਮੱਛੀ ਵਾਂਗ ਤੜਫਣਾ ਜਾ ਜਾਣ ਕੇ ਤੇ ਸਾਰੇ ਲੋਕ ਜਿਹੜੇ ਵੇਂਦੇ ਵੀ ਹੱਥ ਵਿੱਚ ਇਹਨੇ ਕੱਪੜੇ ਫੜੇ ਹੋਏ ਭੱਜਾ ਜਾ ਰਿਹਾ ਵੀ ਕੀ ਹੋ ਗਿਆ, ਨਾ ਪੁੱਛਣਾ ਕੀਤਾ ਸਾਰੇ ਲੋਕਾਂ ਨੇ। ਹੋਰ ਬਸੂਰਤ ਦੌਰਤ ਬੋਰਤ। ਇੱਧਰ ਭਾਈ ਭਗੀਰਥ ਨੂੰ ਤੇ ਕੋਈ ਹੌਸਲਾ ਨਹੀਂ ਪੈ ਰਿਹਾ, ਬੜਾ ਝੂਰਦਾ ਦੌੜਦਾ ਤੇ ਝੱਲਾ ਕਮਲਾ ਹੀ ਹੋਇਆ ਪਿਆ ਹੈ। ਕਾਹੂ ਕੋ ਉਤਰ ਕੋ
ਨਾ ਦਇਓ। ਲੋਕ ਪੁੱਛਦੇ ਵੀ ਕੀ ਹੋਇਆ, ਭਾਈ ਭਗੀਰਥ ਤੇ ਕਿਸੇ ਨੂੰ ਉੱਤਰ ਨਹੀਂ ਦੇ ਰਿਹਾ। ਭੂਪ ਸਭਾ ਮਹਿ ਜਾਏ ਕਹਿਓ। ਰਾਜੇ ਦੀ ਜਿੱਥੇ ਸਭਾ ਲੱਗੀ ਸੀ ਨਵਾਬ ਦੌਲਤ ਖਾਂ ਦੀ, ਉੱਥੇ ਜਾ ਕੇ ਕਿਹਾ, ਬਾਰ ਬਾਰ ਵਿਖੈ ਨਹਿ ਉਬਰਿਓ। ਕਹਿੰਦਾ ਵੀ ਨਵਾਬ ਜੀ ਮੈਂ ਦੇ ਪਾਣੀ ਵਿੱਚ ਵੜ ਵੜ ਕੇ ਬਹੁਤ ਵੇਖਿਆ ਹੈ। ਗੁਰੂ ਮਹਾਰਾਜ ਪਾਣੀ ਵਿੱਚ ਵੜੇ ਸਨ, ਬਾਅਦ ਚ ਬਾਹਰ ਹੀ ਨਹੀਂ ਆਏ, ਪਤਾ ਨਹੀਂ ਕੀ ਹੋ ਗਿਆ ਹੈ। ਹਾਂ ਬਹੁ ਬਾਰ ਹੀ ਬਾਰ ਨਿਹਾਰ। ਮੈਂ ਤੇ ਬਹੁਤ ਬਾਰ ਜਿਹੜਾ ਪਾਣੀ ਨੂੰ ਦੇਖਿਆ ਹੈ ਨਵਾਬ। ਲੱਗੀ ਨਹਿ ਬਾਰ ਯੋਂ ਦੌਰ ਆਇਓ। ਮੈਨੂੰ ਦੇਰ ਨਹੀਂ ਕੋਈ ਲੱਗੀ, ਮੈਂ ਤੇ ਦੌੜ ਕੇ ਖਬਰ ਦੇਣ ਵਾਸਤੇ ਤੇਰੇ ਘਰ ਆ ਗਿਆ ਛੇਤੀ। ਸੋ ਸੁਨ ਕੇ ਮਨ ਮੈਂ ਗੁਣ ਤਾਂ ਛਿਨ। ਨਵਾਬ ਦੌਲਤ ਖਾਂ ਸੁਣ ਕੇ ਮਨ ਵਿੱਚ ਵਿਚਾਰ ਕੇ ਉਸੇ ਵੇਲੇ ਜੀਨਕ ਕਾਨ ਪਵਾਏ ਲਿਓ। ਘੋੜੇ ਉੱਤੇ ਜਿਹੜੀ ਕਾਠੀ ਬੜੀ ਛੇਤੀ ਪਵਾ ਲਈਏ ਦਾਸਾਂ ਨੂੰ ਕਹਿ ਕੇ। ਕੇਵਟ ਕੋ ਬੁਲਵਾਏ ਤਵਾਏ ਕੈ। ਘੋੜੇ ਨੂੰ ਬੜਾ ਦੜਾ ਕੇ ਜਿਹੜੇ ਮਲਾਹ ਹੈ ਉਹ ਦਾਸਾਂ ਪਾਸੋਂ ਬੁਲਵਾ ਲਏ, ਸਦਾ ਲਏ ਹਨ। ਆਏ ਵੇ ਤਟ ਠਾਂਡ ਭਇਓ। ਨਵਾਬ ਦੌਲਤ ਖਾਨ ਨੂੰ ਵੀ ਬੜੀ ਅਜਬਣੀ ਲੱਗੀ ਹੈ। ਇਹ ਵੇਈ ਨਦੀ ਦੇ ਕਿਨਾਰੇ ਆ ਕੇ ਖੜਾ ਹੋ ਗਿਆ। ਰੋਰ ਪਰਾ ਪੁਰ ਦੌਰ ਚੱਲੈ ਨਰ। ਇੱਧਰ ਸੁਲਤਾਨਪੁਰ ਸ਼ਹਿਰ ਦੇ ਵਿੱਚ ਤੇ ਰੌਲਾ ਪੈ ਗਿਆ। ਲੋਕ ਜਿਹੜੇ ਦੌੜ ਦੌੜ ਕੇ ਚੱਲੇ ਆ ਰਹੇ ਹਨ। ਹੋਰ ਉਠਿਓ ਉਰ ਠੋਰ ਛਇਓ। ਹਿਰਦਾ ਜਿਹੜਾ ਹਿਰਦੇ ਦੀ ਥਾਂ ਟਿਕਾਣਾ, ਉੱਥੇ ਤੇ ਐਸਾ ਹੌਲ ਉੱਠਿਆ, ਹੌਲ ਤੇ ਛਾਏ ਗਿਆ ਸਭ ਦੇ। ਬਾਤ ਜਰਾਮ ਸੁਣੀ ਜਬ ਕਾਨ। ਇੱਧਰ ਭਾਈਆ ਜੈ ਰਾਮ ਜੀ ਨੇ ਜਦੋਂ ਆਪਣੇ ਕੰਨਾਂ ਵਿੱਚ ਗੱਲ ਸੁਣੀ ਹੈ ਸਾਰੀ। ਫਨੀ ਮਨਹੀਨ ਜੋ ਮੀਨਤ ਨੀਰਾ। ਜਿਵੇਂ ਸੱਪ ਮਣੀ ਵਾਲਾ ਮਣੀ ਤੋਂ ਬਿਨਾ ਹੋ ਜੇ, ਜਿਵੇਂ ਮੱਛੀ ਆ ਪਾਣੀ ਤੋਂ ਬਿਨਾ ਹੋ ਜੇ, ਇਹੋ ਜੀ ਹਾਲਤ ਹੋ ਗਈ ਭਾਈਆ ਜੈ ਰਾਮ ਦੀ। ਤਾਏ ਤਰਾ ਧਰਨੀ ਪਦ ਤੂਰਨ। ਆਪਣਾ ਜਿਹੜਾ ਚਰਨ ਹੈ ਨਾ, ਪੈਰ ਧਰਤੀ ਉੱਪਰ ਛੇਤੀ ਪਾਉਂਦਾ, ਦੌੜ ਲਾਉਂਦਾ ਨਦੀ ਵੱਲ। ਧੀਰ ਹਰੀ ਔਰ ਧਾਰ ਅਧੀਰਾ। ਧੀਰਜ ਜਿਹੜੀ ਹੈ ਉਹਦੇ ਨਾਸ ਹੋ ਗਈ ਹੈ। ਹਿਰਦੇ ਵਿੱਚ ਅਧੀਰਜਤਾ, ਬੇਹੌਸਲਾ ਹੋ ਗਿਆ ਹੈ, ਹੌਸਲਾ ਨਹੀਂ ਪੈ ਰਿਹਾ। ਪੀਰ ਅਪਾਰ ਨਾ ਪਾਵਹਿ ਪਾਰ। ਇੰਨੀ ਬਹੁਤੀ ਪੀੜ ਹੋ ਰਹੀ ਹਿਰਦੇ ਵਿੱਚ, ਪੀੜ ਦਾ ਦੇ ਪਾਰਾ ਵਾਰ ਹੀ ਨਹੀਂ ਪਾ ਰਹੇ। ਵਿਖੈ ਨਹਿ ਰੂਪ ਨਾ ਸ਼ਾਂਤ ਸਰੀਰਾ। ਉਹ ਧੀਰਜ ਪਵੇ ਵੀ ਕਿੱਥੋਂ, ਕਿਉਂਕਿ ਸ਼ਾਂਤੀ ਦੇ ਰੂਪ ਜੋ ਸਰੀਰ ਸ਼ਾਂਤ ਸਰੂਪ ਗੁਰੂ ਨਾਨਕ ਦੇ ਮਹਾਰਾਜ ਜੀ, ਉਹਨਾਂ ਨੂੰ ਇਹ ਦੇਖ ਹੀ ਨਹੀਂ ਰਿਹਾ, ਦੇਸੀ ਨਹੀਂ ਰਹੇ। ਆਏ ਵੇ ਤਟ ਹਿਰਤ ਬਾਰ ਕੋ। ਐਵੇਂ ਹੱਕੇ ਬੱਕੇ ਜੇ ਹੋ ਕੇ ਭਾਈਆ ਜੈ ਰਾਮ ਵੇਈ ਨਦੀ ਦੇ ਕਿਨਾਰੇ ਆ ਕੇ ਤੇ ਪਾਣੀ ਨੂੰ ਵਹਿੰਦੇ ਐ ਬਾਰ-ਬਾਰ। ਖੋਜਤ ਹੈ ਨਾ ਲਹਿ ਸੁਖ ਹੀਰਾ। ਬੜਾ ਢੂੰਡਦੇ ਐ, ਭਾਲਦੇ ਐ, ਸੁੱਖਾਂ ਦਾ ਜੋ ਹੀਰਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਪ੍ਰਾਪਤ ਹੀ ਨਹੀਂ ਕਰ ਰਹੇ, ਆ ਲੈ ਹੀ ਨਹੀਂ ਰਹੇ। ਜਾਂ ਬਿਦ ਖੋਜਤ ਵਾਰ ਤੇ। ਇਸ ਤਰ੍ਹਾਂ ਜਿਹੜਾ ਗੁਰੂ ਜੀ ਨੂੰ ਵਾਰ ਤੇ ਪਾਰ ਤੇ ਇੱਥੇ ਵਿਸ਼ਰਾਮ ਹੈ। ਜਾਂ ਬਿਦ ਖੋਜਤ ਵਾਰ ਤੇ ਪਾਰ ਤੇ। ਵਾਰ ਤੇ ਪਾਰ ਤੇ ਇਸ ਤਰ੍ਹਾਂ ਲੱਭਦੇ ਐ, ਢੂੰਡਦੇ ਐ, ਕੋਈ ਉਰਲੇ ਪਾਸੇ ਕੋਈ ਪਰਲੇ ਪਾਸੇ। ਹਰ ਪਰੇ ਨਹਿ ਵਾਰ ਤੇ ਪਾਇਓ। ਸਾਰੇ ਲੱਭ ਲੱਭ ਕੇ ਹਾਰ ਹੰਬ ਗਏ ਐ, ਪਰ ਕਿਸੇ ਨੇ ਪਾਣੀ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੱਭਣਾ ਨਹੀਂ ਪਾਇਆ। ਗੁੰਮ ਭਇਓ ਧਰਨੀ ਕੇ ਤਸਿਓ। ਉਹ ਲੋਕ ਸਾਰੇ ਵਿਚਾਰਦੇ ਐ ਵੀ ਗੁਰੂ ਨਾਨਕ ਦੇਵ ਜੀ ਕਿਤੇ ਗੁੰਮ ਹੋ ਗਏ ਕਿ ਜਾਂ ਧਰਤੀ ਵਿੱਚ ਹੀ ਧਸ ਗਏ ਹਨ ਠਾਂ ਨੂੰ। ਦੁਰ ਕੈਸੇ ਗਇਓ ਨਹਿ ਨੈਣ ਲਖਾਇਓ। ਵੀ ਆ ਅੱਖਾਂ ਨਾਲ ਵੀ ਜਿਹੜਾ ਜਾਣੇ ਨਹੀਂ ਜਾ ਰਹੇ, ਦੇਸੀ ਨਹੀਂ ਰਹੇ, ਵੀ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਇਹ ਲੋਕ ਛਿਪ ਗਏ ਐ ਥਾਂ ਵੱਲ ਨੂੰ। ਸ੍ਰੀ ਗੁਰ ਕੀਰਤ ਸਾਗਰ ਸੀ। ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਕੀਰਤੀ ਵਡਿਆਈ ਮਹਿਮਾ ਉਹਦੇ ਸਮੁੰਦਰ ਵਰਗੀ ਹੈ ਭਾਈ। ਮਤ ਮਾਨਵ ਕੀ ਤਟ ਪੈ ਅਬਲਾਇਓ। ਜਿਹੜੀ ਮਨੁੱਖਾਂ ਦੀ ਮੱਤ ਹੈ ਇਹ ਤੇ ਇਵੇਂ ਵੀ ਜਿਵੇਂ ਗੁਰੂ ਦੀ ਕੀਰਤੀ ਰੂਪ ਸਾਗਰ ਦੇ
ਕਿਨਾਰੇ ਦੇ ਉੱਪਰ ਕੋਈ ਕਮਜ਼ੋਰ ਜੀ ਇਸਤਰੀ ਖੜੀ ਹੋਵੇ। ਜਿਉ ਤਿਹ ਥਾਹ ਲਖੈ ਬਿਨ ਥਾਹੇ। ਜਿਵੇਂ ਉਹ ਕਮਜ਼ੋਰ ਜੀ ਇਸਤਰੀ ਸਮੁੰਦਰ ਦੇ ਕਿਨਾਰੇ ਖੜੀ ਹੋ ਜੇ ਤੇ ਉਹ ਕਿਵੇਂ ਜਾਣੇ ਵੀ ਸਮੁੰਦਰ ਦਾ ਥਾਹ ਕਿੰਨਾ ਡੂੰਘਾ, ਦਾ ਪਾਰਲਾ ਪਾਸਾ ਕਿੱਥੇ ਹੈ। ਲੋਕਾਂ ਦੀ ਜਿਹੜੀ ਮੱਤ ਹੈ ਉਹ ਤੇ ਕਮਜ਼ੋਰ ਇਸਤਰੀ ਵਰਗੀ ਹੈ। ਗੁਰੂ ਜੀ ਦੀ ਜਿਹੜੀ ਵਡਿਆਈ ਹੈ ਉਹ ਤੇ ਸਮੁੰਦਰ ਵਰਗੀ ਹੈ। ਫਿਰ ਕਿਵੇਂ ਅਥਾਹ ਜਾਣਨ। ਖਰੀ ਸੁਖ ਚਾਹੈ ਨਾ ਕੋ ਬਿਦ ਆਇਓ। ਖਰੇ ਸੁਖ ਚਾਹੈ, ਲੋਕਾਂ ਦੀ ਜਿਹੜੀ ਮੱਤ ਰੂਪੀ ਇਸਤਰੀ ਹੈ ਨਾ, ਉਹ ਖੜੀ ਹੈ, ਸੁਖ ਚ ਕਰ ਰਹੀ, ਸੰਕੋਚ ਕਰ ਰਹੀ ਹੈ। ਕੋਈ ਵਿਧੀ ਨਹੀਂ ਆ ਰਹੀ, ਕੋਈ ਨਹੀਂ ਔੜ ਸੁੱਝ ਰਹੀ ਵੀ ਕੀ ਕਰੀਏ। ਸਰਤਾ ਸਭ ਖੋਜ ਫਿਰੇ ਤਿਹ ਰੋਜ। ਉਸ ਦਿਨ ਤੇ ਸਾਰੇ ਜਾਣੇ ਨਾ ਇਹ ਗੁਰੂ ਮਹਾਰਾਜ ਨੂੰ ਲੱਭਦੇ ਇੱਧਰ ਉੱਧਰ ਤੁਰ ਫਿਰੇ ਹਨ। ਨਾ ਜਾਣਤ ਕੋ ਜੋ ਕਹਾਂ ਗਤ ਕੀਨੀ। ਕੋਈ ਨਹੀਂ ਜਾਣਦਾ ਵੀ ਮਹਾਰਾਜ ਜੀ ਨੇ ਕੀ ਗੱਲ ਕੀਤੀ ਹੈ, ਵੀ ਕੀ ਭਾਣਾ ਵਰਤਾ ਦਿੱਤਾ ਹੈ। ਬਿਸਮਾਦ ਹਿਰਦੈ ਪਛਤਾਏ ਭਏ। ਵੀ ਕਿੱਥੇ ਚਲੇ ਗਏ, ਕਿਸੇ ਨੂੰ ਜਾਣਿਆ ਨਹੀਂ ਜਾ ਰਿਹਾ। ਹਿਰਦੇ ਵਿੱਚ ਹੈਰਾਨ ਹੋ ਰਹੇ ਆ, ਸਾਰੇ ਬਹੁਤ ਪਛਤਾ ਰਹੇ ਹਨ। ਪੁਨ ਆਦ ਕੀ ਦਾਸ ਕੋ ਬਾਤ ਬੁਝੀਨੀ। ਇੱਧਰ ਨਵਾਬ ਦੌਲਤ ਖਾਨ ਨੇ ਮੋਢੇ ਦੀ ਜਿਹੜੀ ਗੱਲ ਹੈ ਨਾ, ਉਹ ਭਾਈ ਭਗੀਰਥ ਜੀ ਨੂੰ ਪੁੱਛੀ ਹੈ ਵੀ ਕਿਵੇਂ ਤੁਸੀਂ ਆਏ ਸੀ। ਉਹਨੇ ਸਾਰੀ ਗੱਲ ਦੱਸੀ ਹੈ। ਮਮ ਆਗਰ ਨੈਨਨ ਮਨ ਆਗਰ ਨੈਨ ਨਾਨ ਬਰੇ। ਮਮ ਆਗਰ ਨੈਨਨ ਨਾਨ ਬਰੇ। ਉਹ ਨਵਾਬ ਦੌਲਤ ਖਾਨ ਨੇ ਪੁੱਛਿਆ ਹੈ ਵੀ ਭਗੀਰਥ ਜੀ ਆ ਦੱਸੋ ਵੀ ਮਹਾਰਾਜ ਕਿੱਥੋਂ ਕੋ ਕਿਵੇਂ ਵੜੇ ਸੀ, ਕਿੰਨਾ ਕੁ ਸਮਾਂ ਸੀ। ਤੇ ਇਹ ਕਹਿਣ ਲੱਗਾ ਭਾਈ ਭਗੀਰਥ ਵੀ ਮੇਰੇ ਅੱਖਾਂ ਦੇ ਸਾਹਮਣੇ ਗੁਰੂ ਜੀ ਤੇ ਕੱਪੜੇ ਉਤਾਰ ਕੇ ਤੇ ਇਵੇਂ ਇਸ਼ਨਾਨ ਕਰਨ ਲਈ ਨਦੀ ਵਿੱਚ ਵੜੇ ਸੀ। ਨਿਗਸੇ ਨਾ ਤਟੰ ਟੁਬਕੀ ਇਕ ਲੀਨੀ। ਬਸ ਇੱਕੋ ਹੀ ਟੁਬਕੀ ਲਾਉਣਾ ਕੀਤੀ ਹੈ, ਫਿਰ ਕਿਨਾਰੇ ਦੇ ਬਾਹਰ ਨਿਕਲੀ ਨਹੀਂ। ਬਹੁ ਬਾਰ ਨਿਹਾਰ ਕੈ ਬਾਰ ਤਬੈ। ਮੈਂ ਤੇ ਬਹੁਤ ਵਾਰ ਦੇਖ ਕੇ ਪਾਣੀ ਨੂੰ। ਬਿਨ ਬਾਰ ਨਿਬਾਬ ਕੋ ਮੈਂ ਸੁਧ ਦੀਨੀ। ਬਿਨਾਂ ਦੇਰੀ ਤੋਂ ਨਵਾਬ ਦੌਲਤ ਖਾਨ ਤੈਨੂੰ ਆ ਕੇ ਖਬਰ ਦਿੱਤੀ ਹੈ ਛੇਤੀ ਨਾਲ। ਔਰ ਭੂਰ ਬਸੂਰਤ ਦੌਲਤ ਖਾਨ। ਨਵਾਬ ਦੌਲਤ ਖਾਨ ਦੇ ਹਿਰਦੇ ਵਿੱਚ ਸੁਣ ਕੇ ਬਹੁਤ ਹੀ ਝੂਰਦਾ ਮਰਦਾ ਹੈ। ਸਹ ਸ਼ੋਕ ਹੋਵੈ ਲੋਕਨ ਸੋ ਬਚ ਬਰਾਹੀ। ਗਮ ਸ਼ੋਕ ਦੇ ਸਹਿਤ ਹੋ ਕੇ ਲੋਕਾਂ ਨੂੰ ਬਚਣ ਐਵੇਂ ਕਹਿੰਦਾ ਨਵਾਬ। ਬਹੁ ਨਕ ਵਿਵੇਕੀ ਅਨੇਕ ਗੁਨਾ ਨਰ। ਬਹੁਤ ਨੇਕ ਪਾਠ ਇੱਥੇ ਵੀ ਮੇਰੇ ਹੈ ਭਾਈ ਹੈ ਲੋਕੋ, ਮੇਰਾ ਜਿਹੜਾ ਮੋਦੀ ਸੀ ਨਾ ਬੜਾ ਨੇਕ ਸੀ, ਬੜਾ ਗਿਆਨੀ ਤੇ ਗੁਣਾ ਦਾ ਤੇ ਘਾਰੀ ਸੀ। ਉਹ ਔਗਣ ਏਕ ਬਿਲੋਕਨ ਨਾਹੀ। ਉਹਨਾਂ ਵਿੱਚ ਇੱਕ ਵੀ ਔਗਣ ਜਿਹੜਾ ਵੇਖਿਆ ਨਹੀਂ ਸੀ ਜਾਂਦਾ। ਤਨ ਸੁੰਦਰ ਕੋ ਮਲਤਾ ਮਨ ਮੰਦਰ। ਵੇਖ ਕੇ ਪੜ੍ਹ ਕੀ ਕਾਂਡਿਆ ਹੈ। ਤਨ ਸੁੰਦਰ ਕੋ ਮਲਤਾ ਜਨ ਮੰਦਰ। ਤਨ ਸਰੀਰ ਦੇ ਤੇ ਬਹੁਤ ਸੁੰਦਰ ਸਨ ਤੇ ਕੋਮਲਤਾ ਦੇ ਤੇ ਮਾਨੋ ਮੰਦਰ ਘਾਰੀ ਸੀ। ਸੰਦਲ ਸੀ ਸਿਫਤੀ ਤਿਸ ਆਹੀ। ਸਦਲ ਸੀ ਸਿਫਤੀ ਜਿਸ ਆਹੀ। ਜਿਸ ਗੁਰੂ ਨਾਨਕ ਦੇਵ ਮਹਾਰਾਜ ਦੀ ਸਿਫਤ ਜਿਹੜੀ ਉਹਦੇ 52 ਚੰਦਨ ਮਾਂ ਵਰਗੀ ਸੀ, ਬੜੀ ਸੁਗੰਧੀ ਵਾਲੀ। ਨਹ ਹਾਥ ਲੱਗੇ ਮੁਝ ਯਾ ਸਮ ਮੋਦੀ ਕੋ। ਕਹਿਣ ਲੱਗਾ ਨਵਾਬ ਦੌਲਤ ਖਾਨ ਲੋਕੋ, ਇਹੋ ਜਿਹਾ ਜਿਹੜਾ ਮੋਦੀ ਹੈ ਨਾ ਗੁਰੂ ਨਾਨਕ ਸਾਹਿਬ ਜੀ, ਇਹਦੇ ਵਰਗਾ ਮੋਦੀ ਵੇਖ ਲਓ, ਮੈਨੂੰ ਕਦੀ ਜ਼ਿੰਦਗੀ 'ਚ ਹੱਥ ਨਹੀਂ ਲੱਗਣਾ, ਮੈਨੂੰ ਨਹੀਂ ਮਿਲਣਾ ਇਹੋ ਜਿਹਾ ਨੇਕ ਪੁਰਸ਼। ਕਾਰ ਭਲੀ ਬਿਦ ਕੀਨ ਨਿਭਾਹੀ। ਉਹਨਾਂ ਨੇ ਜਿੰਨਾ ਚਿਰ ਮੋਦੀ ਖਾਨੇ ਦਾ ਕੰਮ ਕੀਤਾ ਉਹ ਚੰਗੀ ਤਰ੍ਹਾਂ ਕੀਤਾ ਤੇ ਬੜਾ ਪ੍ਰੇਮ ਪਿਆਰ ਨਾਲ ਜ਼ਿੰਮੇਵਾਰੀ ਨਾਲ ਹੀ ਨਿਭਾਇਆ ਹੈ।
ਦੁਖ ਦਾਰਨ ਮੈਂ ਅਤ ਆਰਤ ਚਿਤ। ਬੜਾ ਜਿਹੜਾ ਭਿਆਨਕ ਦੁੱਖ ਹੈ ਤੇ ਉਸ ਨੂੰ ਮੈਂ ਚਿੱਤ ਵਿੱਚ ਲੈ ਕੇ ਬਹੁਤ ਹੀ ਦੁਖੀ ਹੋ ਰਿਹਾ ਹਾਂ ਹੁਣ। ਜੈ ਰਾਮ ਮਨੋ ਬਿਤ ਸੂਮ ਗਵਾਏ। ਇੱਧਰ ਭਾਈਆ ਜੈ ਰਾਮ ਤੇ ਇਵੇਂ ਹੋਏ ਪਏ ਮਾਨੋ ਕਿ ਜਿਵੇਂ ਕੋਈ ਕੰਜੂਸ ਨੇ ਸਾਰਾ ਪੈਸਾ ਧੇਲਾ ਹੀ ਗਵਾ ਬੈਠਾ ਹੋਵੇ। ਧਰ ਮੂਰਤ ਜਾਂ ਕਰਨਾ ਰਸ ਝੂਰਤ। ਜਿਵੇਂ ਕਰਨਾ ਰਸ ਨੇ ਮੂਰਤ ਧਾਰੀ ਹੋਵੇ ਇਵੇਂ ਭਾਈਆ ਜੈ ਰਾਮ ਜੀ ਝੂਰਦਾ ਹੈ। ਅੰਬ ਕੋ ਅੰਬਚ ਮੈਂ ਅੰਬ ਛਾਏ। ਅੰਬਕ ਅੰਬਜ ਮੈਂ ਅੰਬ ਛਾਏ। ਕਵਲ ਵਰਗੇ ਜਿਹੜੇ ਨੇਤਰ ਉਹਨਾਂ ਵਿੱਚ ਪਾਣੀ ਭਰਿਆ ਹੋਇਆ ਭਾਈਆ ਜੈ ਰਾਮ ਜੀ ਦੇ। ਧਨ ਸੀਸ ਕਹੀ ਜਗਦੀਸ਼ਵਰ। ਧਨ ਸੀਸ ਕਹੀ ਧਨ ਸੀਸ ਕਹੀ ਜਗਦੀਸ਼ਵਰ ਕਿਆ ਬਿਦ। ਭਾਈਆ ਜੈ ਰਾਮ ਅੱਖਾਂ ਵਿੱਚ ਜਿਹੜਾ ਪਾਣੀ ਭਰਿਆ ਹੈ, ਅੱਖਾਂ 'ਚ ਜਲ ਕੇਰਦੇ ਹੈ ਤੇ ਸੀਸ ਜਿਹਾ ਘੁਮਾ ਕੇ ਨਾ ਫੇਰ ਕੇ ਕਹਿੰਦੇ ਹੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਆ ਕੀ ਕੀਤਾ ਤੁਸਾਂ ਨੇ। ਮੋਹੇ ਨਾ ਦੀਸਤ ਕੋਈ ਉਪਾਏ। ਮੈਨੂੰ ਤੇ ਗਰੀਬ ਨੂੰ ਆ ਕੋਈ ਉਪਾਏ ਨਹੀਂ ਦਿਸ ਰਿਹਾ, ਕੋਈ ਨਹੀਂ ਹੀਲਾ ਦਿਸ ਰਿਹਾ। ਜਲ ਈਖਦ ਜੇਸਟ ਬਾਸ ਬਾਸੁਰ ਮਾਹੇ। ਜਿਵੇਂ ਜੇਠ ਦੇ ਦਿਨਾਂ ਦੇ ਵਿੱਚ, ਜੇਠ ਦੇ ਮਹੀਨੇ ਵਿੱਚ ਆ ਥੋੜੇ ਜਲ ਵਿੱਚ ਵਿਸਾਰਨ ਕੀ ਬਿਦ ਜਿਉ ਦੁਖ ਪਾਏ। ਜਿਵੇਂ ਮੱਛੀ ਦੁੱਖ ਪਾਉਂਦੀ ਹੈ ਨਾ ਜੇਠ ਦੇ ਮਹੀਨਿਆਂ ਵਿੱਚ ਥੋੜਾ ਪਾਣੀ ਹੋਵੇ ਸਰੋਵਰਾਂ ਵਿੱਚ, ਇਵੇਂ ਭਾਈਆ ਜੈ ਰਾਮ ਜੀ ਬਹੁਤ ਜਿਹੜਾ ਦੁੱਖ ਪਾ ਰਹੇ ਹਨ। ਕੋਕ ਕੋਕਨ ਕੋਕ ਕਿਲਾਲਜ ਪੁੰਜ। ਚੱਕਵੇ ਤੇ ਚੱਕਵੀਆਂ ਇਸੇ ਤਰ੍ਹਾਂ ਜਿਹੜੇ ਸਮੂਹ ਆ ਕਵਲ ਫੁੱਲ ਹੈ। ਦਿਵਾਕਰ ਕੋ ਬਿਨ ਜਿਉ ਅਲੁਕ ਅਕੁਲਾਏ। ਜਿਵੇਂ ਸੂਰਜ ਤੋਂ ਬਿਨਾ ਉਹ ਘਾਬਰ ਜਾਂਦੇ ਐ, ਉਹਨਾਂ ਨੂੰ ਸੁੱਧ ਨਹੀਂ ਆਉਂਦੀ, ਇਸੇ ਤਰ੍ਹਾਂ ਭਾਈਆ ਜੈ ਰਾਮ ਤੇ ਹੋਰ ਦਾਸ ਘਬਰਾ ਰਹੇ ਹਨ। ਕਾਕਨ ਕੈਰਵ ਕੋਕ ਕਦੰਬ। ਕਾਨਨ ਕੈਰਵ ਕੋਕ ਕਦੰਬ। ਜਿਵੇਂ ਆ ਕਵੀਆਂ ਦਾ ਬਗੀਚਾ ਤੇ ਕੋਕ ਜਿਹੜੇ ਆ ਸਾਰੇ ਜਿਹੜੇ ਆ ਚਕੋਰਾਂ ਹਨ। ਕਲਾ ਨਿਦ ਹੀਨ ਕਹਾਂ ਬਹਿਸਾਏ। ਭਲਾ ਚੰਦਰਮਾ ਨਾ ਚੜਿਆ ਹੋਵੇ ਤਾਂ ਕਿੱਥੋਂ ਹੱਸਦੇ ਆ, ਜਿਵੇਂ ਚੰਦਰਮਾ ਤੋਂ ਬਿਨਾ ਉਹ ਨਹੀਂ ਨਾ ਖੁਸ਼ ਹੁੰਦੇ ਖਿੜਦੇ। ਤੋਕਕ ਕੇਕ ਜੇ ਭੇਖ ਅਨੇਕ। ਤੋਕਕ ਕਹੀਏ ਜਿਹੜੇ ਪਪੀਹੇ ਹਨ, ਕੋਕ ਮੋਰ, ਕੇਕ ਮੋਰ ਤੇ ਅਨੇਕਾਂ ਜਿਹੜੇ ਡੱਡੂ। ਬਲਾਹਕ ਕੇ ਬਿਨ ਨਾ ਹਰਖਾਏ। ਬੱਦਲਾਂ ਤੋਂ ਬਿਨਾ ਜਿਵੇਂ ਉਹ ਨਹੀਂ ਖੁਸ਼ ਹੁੰਦੇ, ਉਹਨਾਂ ਦੇ ਵਿੱਚ ਜਾਣ ਨਹੀਂ ਪੈਂਦੀ, ਇਸੇ ਤਰ੍ਹਾਂ ਭਾਈਆ ਜੈ ਰਾਮ ਤੇ ਦਾਸ ਸਾਰੇ ਘਾਬਰੇ ਐ, ਵਿਰਲਾਪ ਕਰਦੇ ਹਨ। ਸ੍ਰੀ ਗੁਰ ਕੀ ਗਤ ਐਸ ਬਿਲੋਕ ਕੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਐਸੀ ਹਾਲਤ ਵੇਖ ਕੇ ਹੋਤ ਜੇ ਪ੍ਰੀਤਮ ਤਿਉ ਦੁਖ ਪਾਏ। ਜਿਹੜੇ ਗੁਰੂ ਜੀ ਨੂੰ ਪ੍ਰੇਮ ਕਰਨ ਵਾਲੇ ਸੀ ਨਾ ਪ੍ਰੀਤਮ, ਉਸੇ ਤਰ੍ਹਾਂ ਹੀ ਦੁੱਖ ਪਾ ਰਹੇ ਐ। ਬੜਾ ਵਿਰਲਾਪ ਕਰਦੇ ਵੀ ਮਹਾਰਾਜ ਕਿੱਥੇ ਚਲੇ ਗਏ ਐ। ਆ ਚੰਗਾ ਭਲਾ ਰੋਜ਼ ਦਰਸ਼ਨ ਕਰਦੇ ਸਾਂ, ਬੜੀ ਬੁਰੀ ਹਾਲਤ ਉਹਨਾਂ ਦੀ ਹੋ ਰਹੀ ਹੈ। ਇੱਧਰ ਗੁਰੂ ਮਹਾਰਾਜ ਤੇ ਕੌਤਕ ਕਰ ਰਹੇ ਹਨ। ਅੱਗੇ ਜਿਵੇਂ ਪ੍ਰਸੰਗ ਆਵੇਗਾ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਨੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ। ਤੋਕਕ ਕੇਕ ਜੇ ਭੇਖ ਅਨੇਕ। ਬਲਾਹਕ ਕੇ ਬਿਨ ਨਾ ਹਰਖਾਏ। ਸ੍ਰੀ ਗੁਰ ਕੀ ਗਤ ਐਸ ਬਿਲੋਕ ਕੈ। ਹੋਤ ਜੇ ਪ੍ਰੀਤਮ ਤਿਉ ਦੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।